ਤਾਂ ਬੇਟਾ ਸਾਡਾ ਅੱਜ ਦਾ ਟੌਪਿਕ ਹੈਗਾ ਉਹ ਪੁਲੀ ਆ। ਅਸੀਂ ਪੁਲੀ ਦੀ ਸਟੱਡੀ ਕਰਨੀ ਹੈ, ਠੀਕ ਹੈ। ਕੱਲ ਅਸੀਂ ਕਨੈਕਟਡ ਮੋਸ਼ਨ ਦੀ ਸਟੱਡੀ, ਡਿਟੇਲ ਸਟੱਡੀ ਕੀਤੀ ਕਨੈਕਟਡ ਮੋਸ਼ਨ ਦੀ, ਵੀ ਜਦੋਂ 2 ਜਾਂ 3 ਜਾਂ 4 ਜਾਂ 5 ਬੋਡੀਜ਼ ਆਪਸ ਦੇ ਵਿੱਚ ਰੱਸੀ ਨਾਲ ਜੁੜੀਆਂ ਤਾਂ ਰੱਸੀਆਂ 'ਚ ਟੈਨਸ਼ਨ ਕਿੱਦਾਂ ਫਾਈਂਡ ਕਰਨੀ ਆ, ਠੀਕ ਆ। ਜੇ ਉਹਨਾਂ ਨੂੰ ਟੰਗਿਆ ਹੋਇਆ ਤਾਂ ਰੱਸੀਆਂ 'ਚ ਟੈਨਸ਼ਨ ਕਿੱਦਾਂ ਫਾਈਂਡ ਕਰਨੀ ਆ, ਠੀਕ ਹੈ। ਜਾਂ ਕਿੰਨਾ ਫੋਰਸ ਲਗਾ ਕੇ ਇਹਨਾਂ ਨੂੰ ਉੱਪਰ ਵੱਲ ਨੂੰ ਮੂਵ ਕਰਵਾਈਏ, ਉਦੋਂ ਰੱਸੀਆਂ 'ਚ ਟੈਨਸ਼ਨ ਕਿੰਨੀ ਆ। ਮੋਸਟ ਪ੍ਰੋਬੇਬਲ ਤੁਹਾਨੂੰ ਟੈਨਸ਼ਨ ਹੀ ਪੁੱਛੀ ਜਾਂਦੀ ਹੈ। ਜੇ ਰੱਸੀਆਂ ਨਾ ਹੋਣ ਤਾਂ ਫਿਰ ਪੁਲਿੰਗ ਦੀ ਥਾਂ ਤੇ ਪੁਸ਼ਿੰਗ ਫੋਰਸ ਲਗਾ ਕੇ ਧੱਕਾ ਮਾਰ ਕੇ 2 ਜਾਂ 3 ਬਾਕਸ ਇਕੱਠੇ ਜੁੜੇ ਹੋਏ ਉਹਨਾਂ ਨੂੰ ਧੱਕਾ ਮਾਰ ਕੇ ਲੈ ਕੇ ਜਾਂਦੇ ਆਪਾਂ ਰੇੜ ਕੇ, ਠੀਕ ਆ। ਉਹਦੇ ਵਿੱਚ ਪਤਾ ਲਾਓ ਵੀ 2 ਬਾਕਸਿਸ ਦੇ ਵਿਚਕਾਰ ਇੱਕ ਦੂਜੇ ਤੇ ਕਿੰਨੀ ਰਿਐਕਸ਼ਨ ਲੱਗ ਰਹੀ ਹੈ, ਠੀਕ ਆ। ਜੇ ਇਹ ਪਤਾ ਕਰਨਾ ਹੋਵੇ ਉਹਦੇ ਵਾਸਤੇ ਵੀ ਆਪਾਂ ਸੇਮ ਫੰਡਾ ਲਗਾਇਆ ਸੀ ਕੱਲ, ਵੱਡੇ ਚੋਂ ਛੋਟਾ ਫੋਰਸ ਮਾਈਨਸ ਕਰਿਆ ਇਜ਼ ਇਕੁਅਲ ਟੂ ਮਾਸ ਇਨਟੂ ਮਾਸ ਇਨਟੂ ਐਕਸਲੇਸ਼ਨ। ਤਾਂ ਉਹੀ ਫੰਡੇ ਅੱਜ ਲਾਉਣੇ ਆ, ਕੋਈ ਨਵਾਂ ਨਹੀਂ ਲਾਉਣਾ ਮੈਂ। ਹੁਣ ਪੁਲੀ ਕੀ ਹੁੰਦੀ ਹੈ ਇਹਦੇ ਬਾਰੇ ਮੈਂ ਮਾੜਾ ਜਿਹਾ ਦੱਸਦਾ ਕਿ ਪੁਲੀ ਇੱਕ ਏਦਾਂ ਦਾ ਫਿਨੋਮੀਨਾ ਜਿਹੜਾ ਇੱਕ ਸਰਕੂਲਰ ਸ਼ੇਪ ਹੋਊਗੀ ਜਿਹਦੇ ਉੱਪਰ ਦੀ ਰੱਸੀ ਪਾ ਕੇ ਅਸੀਂ ਮੂਵ ਕਰਵਾ ਸਕੀਏ। ਮੋਸਟ ਪ੍ਰੋਬੇਬਲ ਜੇ ਮਾੜੀ ਜੀ ਗੱਲ ਕਰੋ ਤਾਂ ਫਲੈਸ਼ਬੈਕ 'ਚ ਜਾਓ ਤਾਂ ਪੁਰਾਣੇ ਟਾਈਮ ਦੇ ਵਿੱਚ ਘੜੇ ਜਿਹੜੇ ਭਰਦੇ ਹੁੰਦੇ ਸੀ, ਖੂਹ ਦੇ ਵਿੱਚੋਂ ਪਾਣੀ ਕੱਢਦੇ ਹੁੰਦੇ ਸੀ, ਠੀਕ ਹੈ ਨਾ, ਉਹ ਪੁਲੀ ਦੇ ਉੱਪਰ ਦੀ ਕੱਢਦੇ ਹੁੰਦੇ ਸੀ। ਨਾਰਮਲੀ ਤੁਸੀਂ ਦੇਖਿਆ ਹੋਊਗਾ, ਠੀਕ ਆ। ਅੱਜ ਕੱਲ੍ਹ ਚਲੋ ਇਹ ਸਾਰਾ ਕੁਝ ਡਰਾਮਾ ਰਹਿ ਗਿਆ। ਪਹਿਲਾਂ ਓਰੀਜਨਲੀ ਇਹ ਚੀਜ਼ਾਂ ਹੁੰਦੀਆਂ ਸੀ, ਇੱਥੇ ਇੱਕ ਪੁਲੀ ਲੱਗੀ ਹੁੰਦੀ ਸੀ ਔਰ ਇੱਥੋਂ ਦੀ ਇੱਕ ਰੱਸਾ ਪਾਇਆ ਜਾਂਦਾ ਸੀ ਔਰ ਰੱਸੇ ਦੇ ਉੱਪਰ ਦੀ ਇੱਕ ਬਾਲਟੀ ਜਾਂ ਜੋ ਵੀ ਆ ਵੈਸਲ ਤੁਹਾਡਾ, ਠੀਕ ਆ, ਉਹਨੂੰ ਟੰਗ ਕੇ ਔਰ ਇੱਥੋਂ ਫੋਰਸ ਲਗਾ ਕੇ ਉਹਨੂੰ ਖਿੱਚਿਆ ਜਾਂਦਾ ਸੀ ਔਰ ਇਹਦੇ ਵਿੱਚੋਂ ਦੀ ਜੋ ਵੀ ਮੰਨ ਲਓ ਬਾਲਟੀ ਟੰਗੀ ਹੋਈ ਆਪਾਂ, ਤਾਂ ਬਾਲਟੀ ਜਿਹੜੀ ਹੈਗੀ ਹੌਲੀ ਹੌਲੀ ਪਾਣੀ ਵਾਲੀ ਵਿੱਚੋਂ ਭਰ ਕੇ ਬਾਹਰ ਆ ਜਾਂਦੀ ਹੁੰਦੀ ਸੀ। ਕਿਉਂ ਏਦਾਂ ਹੀ ਹੁੰਦਾ ਸੀ ਨਾ। ਹੁਣ ਇਹਦੇ ਵਿੱਚ ਇੱਕ ਸੋਚਣ ਵਾਲੀ ਗੱਲ ਆ ਵੀ ਬਾਲਟੀ ਨੂੰ ਸਿੱਧਾ ਵੀ ਖਿੱਚ ਸਕਦੇ ਸੀ, ਉਹਨੂੰ ਏਦਾਂ ਪੁਲੀ ਦੇ ਉੱਪਰ ਦੀ ਖਿੱਚਣ ਦੀ ਕੀ ਲੋੜ ਆ। ਉਹਨੂੰ ਸਿੱਧਾ ਹੀ ਇਹਦਾ ਪਾ ਕੇ ਰੱਸਾ ਉਹਨੂੰ ਖੂਹ ਦੇ ਵਿੱਚ ਸਿੱਟ ਦੋ, ਤੁਹਾਨੂੰ ਸਿੱਧਾ ਖਿੱਚ ਲਓ, ਕੱਢ ਲਓ, ਹਨਾ। ਬਟ ਬੇਟਾ ਇੱਕ ਗੱਲ ਧਿਆਨ ਰੱਖ ਲਿਓ ਵੀ ਉਹਦੇ ਵਿੱਚ ਤੇ ਇਹਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਆ। ਮੇਰੇ ਕਹਿਣ ਦਾ ਮੀਨਿੰਗ ਇਹ ਆ ਵੀ ਜਦੋਂ ਕਿਸੇ ਬੋਡੀ ਨੂੰ ਤੁਸੀਂ ਗਰਾਊਂਡ ਦੇ ਵਿੱਚੋਂ ਪਾਣੀ ਕੱਢਣਾ ਹੈਗਾ, ਬਾਲਟੀ ਨੂੰ ਕੱਢ ਕੇ ਬਾਹਰ ਲਿਆਉਣਾ, ਠੀਕ ਆ। ਖੂਹ ਦੇ ਵਿੱਚੋਂ ਮੋਟਰ ਕੱਢਣੀ ਖੇਤਾਂ ਦੇ ਵਿੱਚ, ਨਾਰਮਲੀ ਬੱਚਿਆਂ ਨੂੰ ਜੇ ਪਤਾ ਹੋਵੇ ਖੇਤਾਂ ਦੇ ਵਿੱਚ, ਠੀਕ ਆ। ਜਾਂ ਕੋਈ ਹੋਰ ਕੰਮ ਕਰਨਾ ਵੀ ਥੱਲਿਓਂ ਚੀਜ਼ ਚੱਕ ਕੇ ਉੱਪਰ ਲੈ ਕੇ ਆਉਣੀ ਆ, ਡਾਇਰੈਕਟ ਲੈ ਕੇ ਆਉਣੀ ਹੈ, ਔਰ ਡਾਇਰੈਕਟ ਦੀ ਬਜਾਏ ਜੇ ਪੁਲੀ ਲਾਈ ਹੋਵੇ ਤਾਂ ਬਹੁਤ ਫਰਕ ਪੈ ਜਾਂਦਾ। ਪੁਲੀ ਤੇ ਜ਼ੋਰ ਲੱਗਦਾ ਹੀ ਨਹੀਂ, ਪੁਲੀ ਤੇ ਬੜੀ ਆਸਾਨੀ ਨਾਲ ਚੀਜ਼ ਨੂੰ ਚੱਕ ਕੇ ਅਸੀਂ ਉੱਪਰ ਲੈ ਜਾਂਦੇ ਹਾਂ। ਜਦੋਂ ਕਿ ਜੇ ਡਾਇਰੈਕਟ ਚੀਜ਼ ਨੂੰ ਬਾਹਰ ਕੱਢਣਾ ਹੋਵੇ ਤਾਂ ਬਹੁਤ ਜ਼ੋਰ ਲੱਗਦਾ, ਬਹੁਤ ਫੋਰਸ ਲੱਗਦਾ, ਠੀਕ ਆ। ਇਹ ਚੀਜ਼ਾਂ ਸਾਰੀਆਂ ਪ੍ਰੂਵ ਕੀਤੀਆਂ ਜਾ ਸਕਦੀਆਂ ਵੀ ਫੋਰਸ ਕਿਉਂ ਲੱਗਦਾ। ਕੰਮ ਦੀ ਗੱਲ ਤੇ ਆਓ। ਕੰਮ ਦੀ ਗੱਲ ਇਹ ਆ ਵੀ ਅਸੀਂ ਅਜੇ ਪੁਲੀ ਪੜ੍ਹ ਰਹੇ ਹਾਂ, ਓਕੇ। ਤੇ ਪੁਲੀ ਦੇ ਉੱਪਰ ਦੀ ਇੱਕ ਰੱਸੀ ਜਿਹੜੀ ਹੈਗੀ ਉਹ ਮੂਵ ਕਰੂਗੀ। ਇੱਕ ਪਾਸੇ ਅਸੀਂ ਫੋਰਸ ਲਗਾਵਾਂਗੇ, ਦੂਜੇ ਪਾਸੇ ਆਪਣੇ ਆਪ ਫੋਰਸ ਪ੍ਰੋਡਿਊਸ ਹੋ ਜੂ। ਰੱਸੀ ਦੂਜੇ ਪਾਸੇ ਵਾਲੀ ਆਪਣੇ ਪਾਸ ਉੱਪਰ ਨੂੰ ਜਾਊਗੀ, ਜੇ ਅਸੀਂ ਛੱਡਾਂਗੇ ਤਾਂ ਰੱਸੀ ਦੂਜੇ ਪਾਸੇ ਵਾਲੀ ਨੀਚੇ ਜਾਊਗੀ। ਸਾਡੇ ਕੋਲੇ ਪੁਲੀ ਦੇ ਕੰਸੈਪਟ ਦੇ ਵਿੱਚ ਅਸੀਂ ਇੱਕ ਰੱਸੀ ਪੁਲੀ ਦੇ ਉੱਪਰ ਦੀ ਜਿਹੜੀ ਹੈਗੀ ਆ ਮੂਵ ਕਰਵਾਈ ਆ। ਦੇਖੋ ਕਿੱਦਾਂ ਮੂਵ ਕਰਵਾਈ, ਦਿਸ ਇਜ਼ ਅ ਪੁਲੀ। ਆ ਮੇਰੇ ਕੋਲ ਇੱਕ ਪੁਲੀ ਆ, ਸਿਰਫ ਸਾਹਮਣੇ ਦਿਖ ਰਹੀ ਹੈ, ਇੱਥੇ ਲੱਗੀ ਆ, ਠੀਕ ਆ। ਔਰ ਇਹਦੇ ਉੱਪਰ ਦੀ ਇੱਕ ਰੱਸੀ ਪਾਤੀ ਮੈਂ, ਇਹਦੇ ਉੱਪਰ ਦੀ ਇੱਕ ਰੱਸੀ ਪਾਤੀ ਇਸ ਤਰੀਕੇ ਦੇ ਨਾਲ। ਜਿਹੜੀ ਇਹ ਪੁਲੀ ਆ, ਇਸ ਪੁਲੀ ਦੇ ਵਿੱਚ ਏਦਾਂ ਇਸ ਤਰੀਕੇ ਦੇ ਨਾਲ ਰੱਸੀ ਆ ਰਹੀ ਆ। ਇੱਕ ਦਾ ਮਾਸ M1 ਆ ਤੇ ਦੂਜੇ ਦਾ ਮਾਸ M2 ਆ। ਮੰਨ ਲਓ ਵੀ ਆਹ ਮਾਸ M1 ਆ, ਇਹ ਮੈਂ ਥੋੜਾ ਜਿਹਾ ਵੱਡਾ ਮੰਨ ਲੈਣਾ। ਆਹ ਮਾਸ M2 ਆ, ਇਹ ਥੋੜਾ ਜਿਹਾ ਉਹਦੇ ਨਾਲ ਛੋਟਾ ਮੰਨ ਲਿਆ ਮੈਂ, ਓਕੇ। ਤਾਂ ਨਾਰਮਲ ਜੀ ਗੱਲ ਆ ਵੀ ਰੱਸੀ ਕਿਸ ਨੂੰ ਜਾਊਗੀ, M1 ਵੱਲ ਨੂੰ ਜਾਂ M2 ਵੱਲ ਨੂੰ? ਬੋਲੋ ਬਈ। ਹਾਂ ਬਈ, ਮੈਂ ਇਹ ਮੰਨਦਾ ਕਿ M1 ਗ੍ਰੇਟਰ ਦੈਨ M2 ਆ। ਰੱਸੀ ਕਿੱਧਰ ਨੂੰ ਜਾਊ, M1 ਵੱਲ ਨੂੰ ਜਾਂ M2 ਵੱਲ ਨੂੰ? ਬੋਲਦਾ ਹੀ ਨਹੀਂ ਕੋਈ, ਬੋਲਦਾ ਹੀ ਨਹੀਂ। ਬੜਾ ਸਿੰਪਲ ਫੰਡਾ, ਕਿਉਂ ਵੀ ਗਗਨਦੀਪ? ਗਗਨਦੀਪ ਗੱਲ ਸਮਝ ਆ ਰਹੀ ਤੈਨੂੰ? ਹਾਂਜੀ ਸਰ, M1 ਵੱਲ ਨੂੰ। ਹਾਂ ਫਿਰ ਪਹਿਲਾਂ ਹੀ ਬੋਲਦੇ। M1 ਵੱਲ ਨੂੰ ਰੱਸੀ ਜਾਊਗੀ, ਰੱਸੀ ਉੱਪਰ ਦੀ ਘੁੰਮੂਗੀ, ਰੱਸੀ ਦੇ ਵਿੱਚ ਐਕਸਲਰੇਸ਼ਨ ਪ੍ਰੋਡਿਊਸ ਹੋਊਗੀ। ਐਕਸਲਰੇਸ਼ਨ ਕਿੰਨੀ ਪ੍ਰੋਡਿਊਸ ਹੋਊਗੀ? A। ਉਹ ਤੁਸੀਂ ਕਹਿਣਾ ਜੀ ਇਹ ਕਿਉਂ ਪ੍ਰੋਡਿਊਸ ਹੋਈ? ਬਿਕੋਜ਼ ਰੱਸੀ ਕਾਂਸਟੈਂਟ ਸਪੀਡ ਦੇ ਨਾਲ ਮੂਵ ਨਹੀਂ ਕਰੂਗੀ, weight ਦਾ ਡਿਫਰੈਂਸ ਆ। ਜਦੋਂ weight ਦਾ ਡਿਫਰੈਂਸ ਹੋਵੇ ਤਾਂ ਰੱਸੀ ਇੱਕ ਕਾਂਸਟੈਂਟ ਸਪੀਡ ਨਾਲ ਮੂਵ ਨਹੀਂ ਕਰੂਗੀ, ਇਹ ਇਨਕਰੀਜ਼ਿੰਗ ਸਪੀਡ ਦੇ ਨਾਲ ਮੂਵ ਕਰੂਗੀ। ਇੱਕਦਮ ਜਿੱਦਾਂ ਜਿੱਦਾਂ ਥੱਲੇ ਨੂੰ ਤੁਰੀ ਜਾਊਗੀ ਉਦਾਂ ਉਦਾਂ ਇਹਦੀ ਸਪੀਡ ਵਧੀ ਜਾਊਗੀ, ਇਹਦੀ ਸਪੀਡ ਨੀਚੇ ਵੱਲ ਨੂੰ ਵਧੀ ਜਾਊਗੀ। ਤਾਂ ਇੱਧਰ ਨੀਚੇ ਵੱਲ ਨੂੰ ਐਕਸਲਰੇਸ਼ਨ ਹੈਗੀ ਆ A ਇਸ ਰੱਸੀ ਦੀ। ਆਹ ਰੱਸੀ ਜਿਹੜੀ ਆ ਬੋਡੀ ਹੈ ਉੱਪਰ ਵੱਲ ਨੂੰ ਜਾ ਰਹੀ ਆ, ਔਰ ਇਹਦੀ ਵੀ ਐਕਸਲਰੇਸ਼ਨ ਕਿੰਨੀ ਆ? ਰੱਸੀ ਦੇ ਵਿੱਚ ਟੈਨਸ਼ਨ ਹੈਗੀ ਆ T। ਮੈਂ ਕੱਲ ਇੱਕ ਗੱਲ ਬੋਲੀ ਸੀ, ਤੁਹਾਨੂੰ ਯਾਦ ਹੋਊਗਾ ਸ਼ਾਇਦ,
ਵੀ ਜੇ ਰੱਸੀ ਸਿੰਗਲ ਹੋਵੇ ਤਾਂ ਉਹਦੇ ਵਿੱਚ ਟੈਨਸ਼ਨ ਸੇਮ ਹੁੰਦੀ ਹੈ। ਜੇ ਰੱਸੀ ਸਿੰਗਲ ਹੋਵੇ, ਜੇ ਤਾਂ ਹੁਣ 2 ਜਾਂ 3 ਫਿਰ ਤਾਂ ਉਹਨਾਂ 'ਚ ਟੈਨਸ਼ਨ ਅਲੱਗ-ਅਲੱਗ ਹੁੰਦੀ ਹੈ, ਪਰ ਇੱਥੇ ਸਿੰਗਲ ਪੀਸ ਆ ਰੱਸੀ ਦਾ। ਇਹੀ ਰੱਸੀ ਉੱਪਰ ਦੀ ਵਲਾਵਾਂ ਖਾ ਕੇ ਇੱਧਰ ਦੀ ਆਉਂਦੀ ਆ। ਇਟ ਮੀਨਸ ਜੇ ਸਿੰਗਲ ਪੀਸ ਆ ਤਾਂ ਉਹਦੇ ਵਿੱਚ ਟੈਨਸ਼ਨ ਸੇਮ ਹੋਊਗੀ। ਇਹ ਗੱਲ ਦਾ ਖਾਸ ਖਿਆਲ ਕਰ ਲਿਓ। ਪਹਿਲੀ ਬਾਡੀ M1 ਆ, M1 ਦਾ weight ਡਾਊਨਵਰਡ ਹੁੰਦਾ M1 ਜੀ, ਤੇ M2 ਦਾ weight ਡਾਊਨਵਰਡ ਹੁੰਦਾ M2 ਜੀ। ਦੇਖੋ ਬਈ, ਤੁਹਾਨੂੰ ਇਸ ਕੇਸ 'ਚ ਕੀ ਜ਼ਿਆਦਾ ਸਟੱਡੀ ਕਰਨ ਨੂੰ ਮਿਲੂਗਾ ਉਹ ਸੁਣੋ। ਤੁਹਾਨੂੰ ਇਦਾਂ ਦੇ ਕੇਸ ਦੇ ਵਿੱਚ ਕੀ ਸਟੱਡੀ ਕਰਨ ਨੂੰ ਮਿਲੂਗਾ? ਤੁਹਾਨੂੰ ਇਹ ਚੀਜ਼ ਪੁੱਛੀ ਜਾਊਗੀ, ਕਿ ਇਸ ਰੱਸੀ 'ਚ ਕਿੰਨੀ ਐਕਸਲਰੇਸ਼ਨ ਪ੍ਰੋਡਿਊਸ ਹੋ ਗਈ, ਉਹ ਪਤਾ ਕਰੋ। ਇਸ ਰੱਸੀ 'ਚ ਕਿੰਨੀ ਐਕਸਲਰੇਸ਼ਨ ਪ੍ਰੋਡਿਊਸ ਹੋ ਗਈ, ਉਹ ਪਤਾ ਕਰੋ। ਪਹਿਲਾ ਸਵਾਲ। ਨੰਬਰ 2, ਤੁਹਾਨੂੰ ਰੱਸੀ ਦੀ ਟੈਨਸ਼ਨ ਪੁੱਛ ਲਈ ਜਾਊਗੀ ਵੀ ਇਸ ਰੱਸੀ 'ਚ ਟੈਨਸ਼ਨ ਕਿੰਨੀ ਪ੍ਰੋਡਿਊਸ ਹੋ ਰਹੀ। ਤਾਂ 2 ਕੁਐਸਚਨ ਤੁਹਾਡੇ ਇਦਾਂ ਦੇ ਸਵਾਲ ਦੇ ਵਿੱਚ ਪੋਸੀਬਲ ਆ। ਠੀਕ ਹੈ, ਮੈਂ ਤੁਹਾਨੂੰ ਕਨਸੈਪਟ ਸਮਝਾਉਂਗਾ, ਮੈਂ ਤੁਹਾਨੂੰ ਰੱਟਾ ਨਹੀਂ ਮਰਵਾਉਂਦਾ ਵੀ ਤੁਸੀਂ ਤੁਹਾਨੂੰ ਫਾਰਮੂਲੇ ਨਹੀਂ ਰਟਾਉਂਦਾ। ਹਾਲਾਂਕਿ ਫਾਰਮੂਲੇ ਮੈਂ ਡਿਰਾਈਵ ਕਰੂੰਗਾ, ਪਰ ਮੈਂ ਤੁਹਾਨੂੰ ਨਹੀਂ ਰਟਾਉਂਦਾ ਵੀ ਤੁਸੀਂ ਆਹ ਫਾਰਮੂਲਾ ਰਟੋ। ਠੀਕ ਹੈ, ਸਿੱਧੀ ਜੀ ਗੱਲ ਦੱਸਾਂ ਤੁਹਾਨੂੰ, ਸਾਡੇ ਦਿਮਾਗ 'ਚ ਕਨਸੈਪਟ ਹੋਣਾ ਚਾਹੀਦਾ, ਨਾ ਕਿ ਫਾਰਮੂਲਾ ਹੋਣਾ ਚਾਹੀਦਾ। ਆ ਜਾਓ। ਤਾਂ ਪਹਿਲਾਂ ਮੈਂ ਮਾਸ M1 ਦੀ ਗੱਲ ਕਰੂੰਗਾ। ਮੈਨੂੰ ਦੱਸੋ M1 ਮਾਸ ਦੇ ਵਾਸਤੇ M1 G ਵੱਡਾ ਜਾਂ ਟੈਨਸ਼ਨ ਵੱਡੀ? 2 ਫੋਰਸ ਲੱਗ ਰਹੇ ਇਸ ਮਾਸ ਤੇ। ਮੈਂ ਤੁਹਾਨੂੰ ਕੱਲ ਵੀ ਗੱਲ ਕਰੀ ਸੀ, ਅਸੀਂ ਫ੍ਰੀ ਬੋਡੀ ਡਾਇਗਰਾਮ ਕੰਸੀਡਰ ਕਰਾਂਗੇ। ਅਸੀਂ ਦੇਖਾਂਗੇ ਸਾਡੇ ਕੋਲ 2 ਡਾਇਗਰਾਮ ਹੈ, ਇੱਕ M2 ਵਾਲਾ, ਇੱਕ M1 ਵਾਲਾ। ਇਹਨਾਂ ਦੋਨੋਂ ਡਾਇਗਰਾਮਸ ਦੇ ਵਿੱਚ ਪਹਿਲਾਂ ਮੈਂ M1 ਚੱਕਿਆ। M1 ਤੇ ਨੈਟ ਫੋਰਸ ਕਿੰਨਾ ਲੱਗ ਰਿਹਾ? ਜੇ ਮੈਂ ਦੇਖਾਂ ਤਾਂ weight ਵੱਡਾ ਹੈਗਾ, ਟੈਨਸ਼ਨ ਛੋਟੀ ਹੈ। ਸਹੀ ਬੋਲਿਆ, ਗਲਤ ਬੋਲਿਆ? ਹੁਣ ਤੁਸੀਂ ਕਹੋਗੇ ਕਿਉਂ ਜੀ? ਦੇਖੋ, ਬੜਾ ਸਿੰਪਲ ਫੰਡਾ, ਕਿਉਂਕਿ ਬੋਡੀ ਦੀ ਐਕਸਲਰੇਸ਼ਨ ਡਾਊਨਵਰਡ ਆ, ਬੋਡੀ ਦੀ ਮੋਸ਼ਨ ਨੀਚੇ ਵੱਲ ਨੂੰ ਆ, ਇਹਦਾ ਮਤਲਬ weight ਵੱਡਾ ਤੇ ਟੈਨਸ਼ਨ ਛੋਟੀ। ਓਕੇ, ਮੈਂ ਕੱਲ ਵਾਲਾ ਕਨਸੈਪਟ ਲਾ ਦੂੰ, ਵੱਡੇ ਚੋਂ ਛੋਟਾ ਮਾਈਨਸ ਕਰਾਂਗੇ, ਯਾਨੀ ਕਿ weight ਦੇ ਵਿੱਚੋਂ ਟੈਨਸ਼ਨ ਮਾਈਨਸ ਕੀਤੀ। ਤਾਂ ਮੇਰੇ ਕੋਲੇ ਆ ਗਿਆ M1G -T is equal to net force, और net force ਹੁੰਦਾ mass into acceleration। सर वीडियो फ्री होगी। यस सर, वीडियो फ्रीज होगी। M1 ਮਾਸ ਬੇਟਾ ਜਿਹੜਾ ਹੈਗਾ, M1 ਮਾਸ ਦੀ ਇਕੁਏਸ਼ਨ ਆਈ, ਵੱਡੇ ਫੋਰਸ ਚੋਂ ਛੋਟਾ ਫੋਰਸ ਮਾਈਨਸ ਕੀਤਾ, is equal to net force। Similarly for mass M2, ਹੁਣ ਮੈਂ M2 ਮਾਸ ਵਾਸਤੇ ਦੇਖਣਾ। ਹੁਣ ਇਹਦੇ ਵਿੱਚ ਦੇਖੋ, ਮੋਸ਼ਨ ਉੱਪਰ ਨੂੰ ਜਾ ਰਹੀ ਆ, ਤਾਂ ਟੈਨਸ਼ਨ ਵੱਡੀ ਜਾਂ weight ਵੱਡਾ? ਬੋਲਿਓ ਜਲਦੀ, ਹਰਸ਼ਵੀਰ ਕੌਰ, ਟੈਨਸ਼ਨ ਵੱਡੀ ਜਾਂ weight? सर ਟੈਨਸ਼ਨ ਵੱਡੀ ਤੇ weight ਛੋਟਾ। ਟੈਨਸ਼ਨ ਮਾਈਨਸ weight is equal to M2 into A। ਇਹ ਕਨਸੈਪਟ ਆ, ਜਿਹਨੂੰ ਇਹ ਕਨਸੈਪਟ ਆਉਂਦਾ ਉਹ ਜਿੰਨਾ ਮਰਜ਼ੀ ਕੰਮ ਕਰ ਲਵੇ। ਬੇਟਾ ਇਹ 2 ਇਕੁਏਸ਼ਨਸ ਡਿਰਾਈਵ ਕਰ ਲਓ ਤੇ ਇਹਨਾਂ ਨੂੰ ਸੋਲਵ ਕਰ ਲਓ, ਸਭ ਕੁਝ ਮਿਲ ਜੂਗਾ। ਮੈਂ ਨਹੀਂ ਕਹਿੰਦਾ ਵੀ ਫਾਰਮੂਲੇ ਰਟੋ। ਓਕੇ, ਇਹ 2 ਇਕੁਏਸ਼ਨਸ ਆ, ਇਹਨਾਂ ਚੋਂ ਐਕਸਲਰੇਸ਼ਨ ਵੀ ਮਿਲ ਜੂਗੀ, ਇਹਨਾਂ ਚੋਂ ਤੁਹਾਨੂੰ ਟੈਨਸ਼ਨ ਵੀ ਮਿਲ ਜੂਗੀ, ਦੋਨੋਂ ਚੀਜ਼ਾਂ ਮਿਲ ਜੂਗੀਆਂ। ਸੋਲਵ ਕਰ ਲਿਓ ਤੁਸੀਂ। ਜਦੋਂ ਇਦਾਂ ਦਾ ਤੁਹਾਨੂੰ ਸਾਹਮਣੇ ਸਿੱਧੀ ਜੀ ਪੁਲੀ ਬਣੀ ਹੋਵੇ, 2 ਮਾਸਸ ਟੰਗੇ ਹੋਣ, ਤਾਂ ਤੁਹਾਨੂੰ ਪੁੱਛ ਲਿਆ ਜਾਵੇ ਕਿ ਕੈਲਕੂਲੇਟ ਕਰੋ ਟੈਨਸ਼ਨ ਕਿੰਨੀ ਹੈ, ਕੈਲਕੂਲੇਟ ਕਰੋ ਜਿਹੜਾ ਹੈਗਾ ਐਕਸਲਰੇਸ਼ਨ ਕਿੰਨੀ ਹੈ ਰੱਸੀ ਦੇ ਵਿੱਚ। ਠੀਕ ਆ, ਤਾਂ ਤੁਸੀਂ ਬੜੀ ਆਸਾਨੀ ਨਾਲ ਕੈਲਕੂਲੇਟ ਕਰ ਸਕਦੇ ਇਹਨਾਂ ਦੋਨੋਂ ਇਕੁਏਸ਼ਨਸ ਦੇ ਨਾਲ। ਚਲੋ ਆਪਾਂ ਫਿਰ ਵੀ ਫਾਰਮੂਲਾ ਡਿਰਾਈਵ ਕਰ ਦਿੰਨੇ। ਪਹਿਲਾਂ ਕੀ ਡਿਰਾਈਵ ਕਰੀਏ? ਬੋਲੋ, ਟੈਨਸ਼ਨ ਡਿਰਾਈਵ ਕਰਨੀ ਹੈ ਕਿ ਐਕਸਲਰੇਸ਼ਨ? ਜਲਦੀ ਬੋਲੋ, ਪਹਿਲਾਂ ਟੈਨਸ਼ਨ ਚਾਹੀਦੀ ਕਿ ਐਕਸਲਰੇਸ਼ਨ? ਪਹਿਲਾਂ ਐਕਸਲਰੇਸ਼ਨ ਫਾਈਂਡ ਕਰ ਦਈਏ। ਲਿਖੋ ਇਕੁਏਸ਼ਨ 1 + ਇਕੁਏਸ਼ਨ, ਲਿਖੋ ਟੂ ਕੈਲਕੂਲੇਟ ਐਕਸਲਰੇਸ਼ਨ, A। ਲਓ ਜੀ, ਮੈਂ A ਦੀ ਕੈਲਕੂਲੇਸ਼ਨ ਕਰਨ ਲੱਗਿਆ, ਤੇ A ਦੀ ਕੈਲਕੂਲੇਸ਼ਨ ਦੇ ਵਾਸਤੇ ਮੈਂ ਕੀ ਕੀਤਾ? A ਦੀ ਕੈਲਕੂਲੇਸ਼ਨ ਦੇ ਵਾਸਤੇ ਮੈਂ ਇਕੁਏਸ਼ਨ ਨੰਬਰ 1 ਤੇ ਇਕੁਏਸ਼ਨ ਨੰਬਰ 2 ਨੂੰ ਐਡ ਕਰਤਾ। ਐਡਿੰਗ ਇਕੁਏਸ਼ਨ 1 and 2, ਇਕੁਏਸ਼ਨ 1 + ਇਕੁਏਸ਼ਨ 2। ਇਕੁਏਸ਼ਨ 1 ਦੇ ਵਿੱਚ ਇਕੁਏਸ਼ਨ 2 ਮੈਂ ਐਡ ਕਰਤੀ। ਐਡ ਕਰਿਆ, ਮੇਰੇ ਕੋਲ ਕੀ ਆਇਆ? ਮੇਰੇ ਕੋਲ ਆਇਆ M1 ਜੀ
माइनस टी प्लस टी माइनस M2G इज इक्वल टू M1A प्लस M2A। जिन्होंने नहीं समझ आया पूछ लो। जिन्होंने नहीं समझ आया पूछ लो। हाँ भाई, गल क्लियर हो रही है? जल्दी फाइंड करो एक्सेलेरेशन, जल्दी फाइंड करो एक्सेलेरेशन कितनी है। टेंशन नाल टेंशन कैंसिल होगी। M1 माइनस M2 इंटू G इज इक्वल टू M1 प्लस M2 इंटू A। M1 प्लस M2 डिवाइड कर दो तो एक्सेलेरेशन आ गई साडे कोले M1 माइनस M2 अपॉन M1 प्लस M2 इंटू G। दिस इज द एक्सेलेरेशन। ये साडा एक्सेलेरेशन दा फार्मूला बन गया। मैं नहीं बोलदा रटो, क्योंकि मैं तो एक ही गल दसी है भी आ इक्वेशन बनानी सीख लो बस। वड्डे चो छोटा फोर्स माइनस करो इज इक्वल टू नेट फोर्स। कल वाले फंडे ते मैं कायम हाँ, उही फंडा मैं अप्लाई कर रहा बार बार। समझ आ रही गल? ये बेटा साडे कोले इस रस्सी दी एक्सेलेरेशन आ गई M1 माइनस M2 अपॉन M1 प्लस M2 इंटू G। दिस इज द एक्सेलेरेशन इन स्ट्रिंग। रस्सी दे विच एक्सेलेरेशन इन्नी प्रोड्यूस हुंदी है। ओके, कंटिन्यू करांगे। खुदा ना खास्ता, खुदा ना खास्ता M2 ग्रेटर दैन M1 हुंदा, यानी कि आ मास वड्डा हुंदा ते ही रस्सी पुठे पासे चल पैनी सी, सब कुछ रिप्लेस हो जाना सी, यानी कि इत्थे M2 माइनस M1 आ जाना सी। तुहाडियां इक्वेशंस पुठियां हो जानियां सी, ठीक है। ते इत्थे M2 माइनस M1 अपॉन M1 प्लस M2 आ जाना सी। नीचे नहीं बदलदा, ऊपर बदलूगा माइनस वाले च M2 माइनस M1। वड्डे चो छोटा माइनस होना कहने दा मतलब ये। ਤਾਂ मैं ਇਹਦੇ ਕੋਲੇ ਲਿਖ ਵੀ ਦਿੰਨਾ ਹੈਗਾ ਦਿਸ ਇਜ਼ ਇਕੁਏਸ਼ਨ ਨੰਬਰ 3 ਤੇ ਇਹਦੇ ਕੋਲੇ ਮੈਂ ਲਿਖ ਦਿੰਨਾ M1 ਗ੍ਰੇਟਰ ਦੈਨ M2 ਅਸੀਂ ਮੰਨਿਆ ਹੋਇਆ, ਫਿਰ ਨਾ ਆਖਿਓ ਸਾਨੂੰ, ਠੀਕ ਹੈ। ਅਸੀਂ ਪਹਿਲਾਂ ਹੀ ਮੰਨਿਆ ਹੋਇਆ। ਆ ਜਾਓ ਨੰਬਰ 2 ਅਸੀਂ ਕੀ ਕੈਲਕੂਲੇਟ ਕਰਨਾ, ਟੂ ਕੈਲਕੂਲੇਟ ਟੈਂਸ਼ਨ कैपिटल T इन स्ट्रिंग। मैं रस्सी दे विच टेंशन कैलकुलेट करनी है, रस्सी दे विच टेंशन करनी है, मैं दी कैलकुलेशन करनी है कि रस्सी दे विच टेंशन करनी है। हाँ भाई करिए, मैं रस्सी दे विच टेंशन कैलकुलेट करनी है। ਉਹਦੇ ਵਾਸਤੇ मैं की करूंगा, मेरे को कई सारे मैथड है। देखो मैं ए दी वैल्यू इक्वेशन नंबर 1 च पुट कर सकदा, मैं ए दी वैल्यू इक्वेशन नंबर 2 च पुट कर सकदा। दो मैथड हो गए। तीजा मैथड इथों ए दी वैल्यू फाइंड करके इत्थे पुट कर दो, इथों ए दी वैल्यू फाइंड करके इत्थे पुट कर दो। 4 मैथड हो गए। पंजवां सुनो, इन्हां दोनों नूं डिवाइड कर दो। डिवाइड करोगे एक्सेलरेशन कैंसल हो जूगी, टेंशन रह जूगी। तो 5 मैथड दसते, जिहड़ा मर्जी वरत लो तुहाडा आंसर आ जाऊगा, जिहड़ा मर्जी वरत लो, खुली छुट्टी। ਤੁਹਾਨੂੰ कोई कंडीशन नहीं लाई मैं भी तुसीं की करना। 5 मैथड दसे, जिहड़ा मर्जी ला लो। जिद्दां तुसीं 9th क्लास या 10th क्लास दे विच इक्वेशनस सॉल्व करते रहे हैं, उदां ही इत्थे भी इक्वेशन सॉल्व करनी है। तो मैं इक्वेशन सॉल्व करन लग्या, मैं की करूं, मैं डिवाइड करूंगा इन्हां नूं। इक्वेशन 1 डिवाइड बाय इक्वेशन 2, पहला ऐड कीते सी, हुण डिवाइड कीते हैं, यानी कि M1G माइनस T अपॉन T माइनस M2G is equal to M1A अपॉन M2A। देखो A नाल A कैंसिल हो गया, जो A नाल A कैंसिल हो गया, क्रॉस प्रोडक्ट कर दो, आंसर आ गया तुहाडा M1 M2G, M2 ने इधर मल्टीप्लाई करता, माइनस M2T is equal to M1T माइनस M1 M2G। जिन्हों समझ नहीं आया क्वेश्चन करो, जे किसी बच्चे नूं नहीं समझ आ रहा अपना क्वेश्चन कर सकता। बड़ा ही आसान है, बहुत सौखा, कंसनट्रेट हो जाओ। मैं की कर M1 M2G इधर पॉजिटिव दा, इधर नैगेटिव दा, आ नैगेटिव वाला इधर ले आओ। M1 M2G प्लस M1 M2G, ये बन गए 2 M1 M2G इज इक्वल टू M1T माइनस, उधर जाके प्लस बन गया, प्लस M2T। तो उधरों टेंशन कॉमन आ जूगी, आ 2 हो जाएंगे, ये बन गया 2 M1 M2
G is equal to m1 plus m2 into tension common आ गई ते tension ही ਅਸੀਂ calculate करनी है रस्सी ਦੇ ਵਿੱਚ tension ਜਿਹੜੀ ਆ ਉਹ ਕਿੰਨੀ ਆਈ tension in the spring is equal to 2m1 m2 upon m1 plus m2 रस्सी ਦੇ ਵਿੱਚ tension ਕਿੰਨੀ ਆਈ ਬੇਟਾ 2m1 m2 upon m1 plus m2 2m1 m2 upon m1 plus जी m2 किधर गई सर जी किधर गई है हाँ हाँ जी लगाना भाई जी भी लगावांगे into g जी तो बिना कितना गड्डी चलूगी जी तो लगाना पऊगा समझ आ रही गल कि नहीं आ रही हाँ जी किसी भी बच्चे को कोई शक किसी भी बच्चे को कोई शक जी बेटा कंटिन्यू करा तो मेरे को इक्वेशन नंबर 4 तो यह कंसैप्ट सी साडा पुली दा तो मैनू पूरी उम्मीद है कि पुली वाला कंसैप्ट तुहानू समझ आ गया पुली तो बाद जिहड़ा अगला कंसैप्ट साडा आउंदा वो कंसैप्ट आउंदा लिफ्ट दा असीं लिफ्ट पढ़नी इस तो बाद ठीक है पुली तो बाद असीं की पढ़नी पुत्रो क्यों भाई पुली तो बाद असीं पढ़ांगे लिफ्ट लिफ्ट दा नाम सुनिया किते हाँ जी क्यों भाई हाँ जी लिफ्ट लिफ्ट सुनी है ना हाँ जी किदां दी हुंदी है लिफ्ट जल्दी बोलो लिफ्ट किदां लिफ्ट नूं एलीवेटर भी बोलदे आ तां अगला कंसैप्ट लिखो एलीवेटर ਇਹ ਪੁਲੀ ਦਾ ਬੇਸਿਕ ਕਨਸੈਪਟ ਸੀਗਾ ਠੀਕ ਆ ਭਾਵੇਂ ਪੁਲੀ 1 ਲੱਗ ਜਾਵੇ ਭਾਵੇਂ 2 ਲੱਗ ਜਾਣ ਭਾਵੇਂ 4 ਲੱਗ ਜਾਣ ਭਾਵੇਂ 10 ਲੱਗ ਜਾਣ ਕਨਸੈਪਟ ਨਹੀਂ ਬਦਲਦੇ ਹੁੰਦੇ ਇਹ ਗੱਲ ਯਾਦ ਰੱਖਿਓ ਸਵਾਲ ਦੇਖ ਕੇ ਨਾ ਡਰ ਜਿਓ ਬਸ ਹਾਂਜੀ ਕੰਸੈਂਟਰੇਟ ਸਵਾਲ ਆ ਐਲੀਵੇਟਰ ਨਵਾਂ ਕਨਸੈਪਟ ਨਿਊ ਕਨਸੈਪਟ ਸਾਡਾ न्यू कंसैप्ट है साडा एलीवेटर एलीवेटर का दूजा नाम है लिफ्ट लिफ्ट दे विच मोशन हाँ जी एलीवेटर या लिफ्ट गुड वेरी इंपॉर्टेंट बहुत आसान है सौखा भी है इंपॉर्टेंट भी इनू आपां करना ठीक है एलीवेटर या लिफ्ट एलीवेटर या लिफ्ट दे विच मैं इन्नी गल दसूंगा फिलहाल तुहानू भी तुसीं जदों किते शॉपिंग मॉल वगैरह च जाओगे या किसी बहुत हाइट दी उच्ची बिल्डिंग ते कोई 10-12 जिहड़ी हैगी आ मल्टी स्टोरी बिल्डिंग जिहड़ी हैगी आ ठीक है उस मल्टी स्टोरी बिल्डिंग च तुसीं हाइट ते जाना तुसीं वार-वार पौड़ियां थोड़ी चढ़ोगे ठीक है पौड़ियां बहुत ज़्यादा हुंदियां इन्नियां पौड़ियां ते तां बंदा बीमार हो जाऊगा ओके चलो ठीक है भी फिटनेस भी बनदी आ पर ऐ भी 12 मंजिला तुहानू चढ़ा दी जाके भी जे चढ़ जाओ ते 3-4 गेड़े लग गए समझ लो भी सारी दिहाड़ी दी एक्सरसाइज हो गई ਹੁਣ ਕਹਾਣੀ ਕੀ ਆ ਉਹਦੇ ਵਿੱਚ ਲਿਫਟ ਲੱਗੀ ਹੁੰਦੀ ਆ ਅਸੀਂ ਲਿਫਟ 'ਚ ਖੜਦੇ ਆ ਮੋਸ਼ਨ ਕਰਦੇ ਆ ਉੱਪਰ ਵੀ ਜਾਂਦੇ ਆ ਥੱਲੇ ਨੂੰ ਵੀ ਆਉਂਦੇ ਸਾਰੀ ਕਹਾਣੀ ਹੁੰਦੀ ਆ ਓਕੇ ਸਵਾਲ ਕੀ ਆ ਸਵਾਲ ਇਹ ਆ ਕਿ ਜਦੋਂ ਲਿਫਟ ਟਰੈਵਲ ਕਰਦੀ ਆ ਤਾਂ ਤੁਹਾਡਾ ਅਪੈਰੈਂਟ weight ਕਿੰਨਾ ਹੁੰਦਾ ਦੇਖੋ ਮੈਂ ਇੱਕ ਗੱਲ ਦੱਸਦਾ ਜਿੱਦਾਂ ਮੈਂ ਕੰਡੇ ਦੇ ਉੱਤੇ ਖੜਾ ਹੋ ਗਿਆ ਮੇਰੀ ਗੱਲ ਸਮਝੋ ਮੈਂ ਜਿਹੜੀ ਗੱਲ ਕਰਦਾ ਆ ਇੱਕ ਕੰਪਿਊਟਰ ਕੰਡਾ ਇਹ ਮੈਨੂੰ ਮਾਸ ਦਿੰਦਾ ਮੇਰਾ ਗ੍ਰੈਵਿਟੇਸ਼ਨਲ ਮੈਥਡ ਦੇ ਨਾਲ ਠੀਕ ਆ ਇੱਥੇ ਇਹਦੇ ਨੰਬਰ ਲਾਉਂਦੇ ਆ ਸਕਰੀਨ ਹੈ ਤੇ ਨੰਬਰ ਆਉਣਗੇ ਲਓ ਵੀ ਮੈਂ ਇਹਦੇ ਤੇ ਖੜਾ ਹੋ ਗਿਆ ਮੈਂ ਮੰਨ ਲਓ ਵੀ ਮੈਂ ਸਲਿਮ ਪਤਲਾ ਆ ਮੰਨ ਸਕਦੇ ਆ ਕਿਉਂ ਬਈ ਮੰਨ ਲਓ ਮੈਂ ਬੜਾ ਪਤਲਾ ਜਿਹਾ ਬੰਦਾ ਹੈਗਾ ਠੀਕ ਹੈ ਆ ਮੈਂ ਪੱਗ ਵੀ ਬੰਨੀ ਹੋਈ ਆ ਠੀਕ ਹੈ ਕੰਮ ਦੀ ਗੱਲ ਤੇ ਆਇਓ ਇਹਨੇ ਕੋਈ ਨਾ ਕੋਈ ਨੰਬਰ ਸ਼ੋ ਕੀਤਾ ਇਹਨੇ ਮਸ਼ੀਨ ਨੇ ਮੈਂ ਵੇਇੰਗ ਮਸ਼ੀਨ ਦੇ ਉੱਪਰ ਖੜਾ ਹੋ ਗਿਆ ਤੇ ਵੇਇੰਗ ਮਸ਼ੀਨ ਨੇ ਕੋਈ ਨਾ ਕੋਈ ਨੰਬਰ ਸ਼ੋ ਕੀਤਾ ਉਹਨੇ ਗ੍ਰੈਵਿਟੇਸ਼ਨਲ ਮੈਥਡ ਲਾਇਆ ਤੇ ਉਹ ਮਾਸ ਸ਼ੋ ਕੀਤਾ ਐਕਚੁਅਲੀ ਚ ਜੇ ਮੰਨ ਲਓ ਵੀ ਇਹ ਨਿਊਟਨ ਸ਼ੋ ਕਰੇ weight ਮੰਨ ਲਓ ਇਦਾਂ ਵੀ ਹੋ ਜਾਂਦਾ ਤੁਸੀਂ ਇਹ ਨਾ ਸਮਝੋ ਵੀ ਜਿਹੜੀ ਵੇਇੰਗ ਮਸ਼ੀਨ ਆ ਉਹ ਕੱਲੇ ਮਾਸ ਕਿਲੋਗ੍ਰਾਮ ਚ ਹੀ ਸ਼ੋ ਕਰਦੀ ਆ ਵੇਇੰਗ ਮਸ਼ੀਨ ਨਿਊਟਨ ਦੇ ਵਿੱਚ weight ਵੀ ਸ਼ੋ ਕਰ ਸਕਦੀ ਆ ਜੀ ਨਾਲ ਮਲਟੀਪਲਾਈ ਕਰਕੇ ਉਸ ਪਲੇਸ ਤੇ m/g ਤੁਹਾਨੂੰ ਆਨਸਰ ਨਿਊਟਨ ਚ ਵੀ ਮਿਲ ਸਕਦਾ ਜਿਹਦਾ ਮੰਨ ਲਓ ਮੈਂ 10 ਕਿਲੋਗ੍ਰਾਮ ਦੀ ਚੀਜ਼ ਲੈ ਕੇ ਆਇਆ
ਤਾਂ 10 ਕਿਲੋਗ੍ਰਾਮ ਚੀਜ਼ ਜਿਹੜੀ ਆ ਇਹਦਾ weight ਕਿੰਨਾ? ਇਹਦਾ weight ਹੈਗਾ 10 into g mg, ਯਾਨੀ ਕਿ 100 ਨਿਊਟਨ ਅਪਰੋਕਸੀਮੇਟ ਆ। ਵੈਸੇ ਤਾਂ 98 ਨਿਊਟਨ ਬਣਦਾ, 9.8 ਲਾਉਂਗਾ ਮੈਂ, ਚਲੋ ਠੀਕ ਆ, ਮੈਂ ਅਪਰੋਕਸੀਮੇਟ ਲਾਤਾ ਵੀ 100 ਨਿਊਟਨ। 10 ਕਿਲੋਗ੍ਰਾਮ ਵਾਲੀ ਚੀਜ਼ ਦਾ weight ਹੈਗਾ ਐਕਚੁਅਲ ਦੇ ਵਿੱਚ 100 ਨਿਊਟਨ। ਠੀਕ ਆ ਵੀ ਆਪਾਂ ਮਾਸ ਦੀ ਕੰਸੈਂਟਰੇਸ਼ਨ ਜ਼ਿਆਦਾ ਕਰਨੀ ਹੁੰਦੀ ਆ, ਤਾਂ ਕਰਕੇ ਅਸੀਂ ਮਾਸ ਤੇ ਜ਼ਿਆਦਾ ਕੰਸੈਂਟਰੇਟ ਕਰਦੇ, ਆਪਾਂ ਇਹੀ ਕਹਿ ਦਿੰਦੇ ਵੀ ਇਹਦਾ ਭਾਰ ਇੰਨਾ ਹੈ। ਓਕੇ, ਤਾਂ ਮੈਂ ਇਹਦੇ ਉੱਤੇ ਬਹਿ ਗਿਆ, ਖੜਾ ਹੋ ਗਿਆ, ਤਾਂ ਮੇਰਾ ਨੀਚੇ ਵਾਲੇ ਨੂੰ ਜੇ weight mg ਆ, ਧਿਆਨ ਨਾਲ ਸੁਣ ਲਿਓ, ਤੇ ਆਹ ਵਾਲੇ ਜਿਹੜਾ ਸਰਫੇਸ ਆ, ਜਿਹੜਾ ਵੇਇੰਗ ਮਸ਼ੀਨ ਦਾ ਸਰਫੇਸ ਆ, ਇਹ ਮੈਨੂੰ ਰਿਐਕਸ਼ਨ ਦਿੰਦਾ। ਇਹ ਮੈਨੂੰ ਕੀ ਪ੍ਰੋਵਾਈਡ ਕਰਦਾ? ਇਹ ਮੈਨੂੰ ਰਿਐਕਸ਼ਨ ਪ੍ਰੋਵਾਈਡ ਕਰਦਾ। ਇਹ ਮੈਨੂੰ ਧੱਕਾ ਮਾਰਦਾ ਉੱਪਰ ਵੱਲ ਨੂੰ, ਇਹ ਮੈਨੂੰ ਨਾਰਮਲ ਰਿਐਕਸ਼ਨ ਨਿਊਟਨ ਦੇ 3rd ਲਾਅ ਦੇ ਅਕੋਰਡਿੰਗ ਦਿੰਦਾ। ਇਹਨੂੰ ਦੇਣੀ ਪਊਗੀ ਰਿਐਕਸ਼ਨ। ਜੇ ਰਿਐਕਸ਼ਨ ਨਾ ਦੇਊਗਾ ਤਾਂ ਇਹਦਾ ਸਰਫੇਸ ਟੁੱਟ ਜਾਊਗਾ, ਚਿੱਬਾ ਹੋ ਜਾਊਗਾ, ਤਾਂ ਮੈਂ ਵੇਇੰਗ ਮਸ਼ੀਨ ਨੂੰ ਤੋੜ ਕੇ ਉਹਦੇ ਵਿੱਚ ਵੜ ਜਾਊਗਾ। ਮੇਰੀ ਗੱਲ ਫੋਲੋ ਕਰ ਰਹੇ? ਮਤਲਬ ਕਿ ਇਹਨੂੰ ਰਿਐਕਸ਼ਨ ਦੇਣੀ ਪਊਗੀ। ਤਾਂ ਜਦੋਂ ਇਸ ਮਸ਼ੀਨ ਨੇ ਮੈਨੂੰ ਰਿਐਕਸ਼ਨ ਦਿੱਤੀ R, ਤਾਂ ਇੱਕ ਗੱਲ ਪੱਲੇ ਬੰਨ ਲਿਓ, ਇਹ ਮੇਰਾ weight ਆ। ਉਸ ਟਾਈਮ ਇਹ ਮੇਰਾ weight ਆ ਮੇਰਾ weight ਨਹੀਂ ਆ। ਕਿਉਂਕਿ ਕਾਰਨ ਇਹ ਆ ਕਿ ਇਹ ਨਾਰਮਲ ਰਿਐਕਸ਼ਨ ਮੇਰੇ weight ਦੇ ਬਰਾਬਰ ਆ, ਤਾਂ ਮੈਂ ਬੋਲੂੰਗਾ ਵੀ ਮੇਰਾ weight ਹੈਗਾ ਉਹ mg ਦੇ ਬਰਾਬਰ ਆ। ਓਕੇ, ਪਰ ਕੀ ਹੁੰਦਾ? ਇਹ ਹਮੇਸ਼ਾ ਨਹੀਂ ਹੁੰਦਾ। ਇਹ ਹਮੇਸ਼ਾ ਨਹੀਂ ਹੁੰਦਾ ਕਿ ਨਾਰਮਲ ਰਿਐਕਸ਼ਨ weight ਦੇ ਬਰਾਬਰ ਹੀ ਹੋਵੇ। ਇਹ ਹਮੇਸ਼ਾ ਨਹੀਂ ਹੁੰਦਾ। ਇਹ ਸਿਰਫ ਉਦੋਂ ਹੁੰਦਾ ਜਦੋਂ ਮੈਂ ਰੁਕਿਆ ਹੋਇਆ, ਖੜਿਆ ਹੋਇਆ। ਮੰਨ ਲਓ ਕਿ ਆ ਉੱਪਰ ਵੱਲ ਨੂੰ ਚੱਕ ਕੇ ਲੈ ਜਾਈਏ, ਮਤਲਬ ਮੈਨੂੰ ਵੇਇੰਗ ਮਸ਼ੀਨ ਸਮੇਤ ਹੀ ਕਿਸੇ ਨੇ ਉੱਪਰ ਨੂੰ ਚੱਕ ਲਿਆ ਤਾਂ ਉਹਨੂੰ, ਔਰ ਕਹਿੰਦੇ ਵੀ ਹੁਣ ਦੱਸੋ ਇਹਦਾ weight ਵਧਿਆ ਘਟਿਆ, ਉੱਥੇ ਚੇਂਜ ਹੋ ਜਾਊਗਾ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਚੇਂਜ ਮੇਰਾ ਮਾਸ ਨਹੀਂ ਹੋਊਗਾ, ਚੇਂਜ ਜੀ ਦੀ ਵੈਲਿਊ ਨਹੀਂ ਹੋਊਗੀ, ਚੇਂਜ ਨਾਰਮਲ ਰਿਐਕਸ਼ਨ ਹੋਊਗੀ। ਨਾ m ਚੇਂਜ ਹੋਊਗਾ, ਨਾ g ਚੇਂਜ ਹੋਊਗਾ, ਚੇਂਜ ਨਾਰਮਲ ਰਿਐਕਸ਼ਨ r ਹੋਊਗੀ। ਤਾਂ ਕਰਕੇ ਮੈਂ ਬੋਲਿਆ ਵੀ ਜਿਹੜੀ ਨਾਰਮਲ ਰਿਐਕਸ਼ਨ ਹੁੰਦੀ ਆ, ਇਹੀ weight ਹੁੰਦਾ, ਜਾਂ ਕਹਿ ਲਓ ਵੀ ਇਹੀ ਅਪੈਰੈਂਟ weight ਹੁੰਦਾ। ਹੁਣ ਤੁਸੀਂ ਅਪੈਰੈਂਟ ਤੋਂ ਮਤਲਬ ਸਮਝਦੇ ਆ? ਅਪੈਰੈਂਟ ਦਾ ਮਤਲਬ ਜਿਹੜਾ ਕਿ ਸਾਨੂੰ ਫੀਲ ਹੋ ਰਿਹਾ ਉਹ weight, ਠੀਕ ਆ, ਜਿਹੜਾ ਐਕਸਪੀਰੀਅੰਸ ਹੋ ਰਿਹਾ ਉਹ weight। ਐਕਚੁਅਲ weight ਤਾਂ mg ਆ, ਇਹ ਨਹੀਂ ਬਦਲ ਸਕਦਾ ਮੈਂ, ਇਹ ਤਾਂ ਪੱਕਾ ਹੀ ਆ ਰੁਕੀ ਹੋਈ ਬੋਡੀ ਦਾ। ਠੀਕ ਆ, ਰੈਸਟ ਮਾਸ ਜਿਹੜਾ ਹੈਗਾ ਉਹ m ਆ ਤੇ weight ਹੈਗਾ mg। ਪਰ ਜੇ ਮੈਂ ਅਪੈਰੈਂਟ ਫਾਈਂਡ ਕਰਨਾ ਹੋਵੇ, ਅਪੈਰੈਂਟ weight ਦੀ ਵੈਲਿਊ ਜਿਹੜੀ ਆ ਹਮੇਸ਼ਾ ਨਾਰਮਲ ਰਿਐਕਸ਼ਨ ਦੇ ਬਰਾਬਰ ਹੁੰਦੀ ਆ। ਇਹ ਗੱਲ ਭਾਵੇਂ ਪੇਜ ਦੇ ਉੱਪਰ ਨੋਟ ਕਰ ਲਓ, ਭਾਵੇਂ ਸਾਈਡ ਤੇ ਲਿਖ ਲਓ ਕਿ apparent weight of a body is always equal to normal reaction acting on that body। ਉਸ ਬੋਡੀ ਤੇ ਐਕਟ ਕਰਨ ਵਾਲੀ ਨਾਰਮਲ ਰਿਐਕਸ਼ਨ ਦੇ ਬਰਾਬਰ apparent weight ਹੁੰਦਾ। ਇਹ ਗੱਲ ਸਮਝ ਆ ਗਈ ਤੁਹਾਨੂੰ ਸਾਰਿਆਂ ਨੂੰ ਕਿ ਨਹੀਂ ਆਈ? ਇਹ ਗੱਲ ਸਮਝ ਆ ਗਈ ਤੁਹਾਨੂੰ ਸਾਰਿਆਂ ਨੂੰ ਕਿ ਨਹੀਂ ਆਈ? Yes, sir. ਚਲੋ ਕੰਸੈਂਟਰੇਟ ਹੋ ਜਾਓ। ਹਾਂ ਨਾ ਕਰ ਦਿਆ ਕਰੋ, ਐਵੇਂ ਚੌੜੇ ਹੋ ਕੇ ਬੈਠੇ ਰਹਿੰਦੇ ਆ। ਮੈਨੂੰ ਲੱਗਦਾ ਐਂ ਲੱਗਦਾ ਜਿੱਦਾਂ ਚਾਹ ਨਹੀਂ ਪੀਤੀ ਹੁੰਦੀ। ਕਿਉਂ ਵੀ ਚਾਹ ਪੀਤੀ ਨਹੀਂ ਅਜੇ? ਹੈ ਮਨਪ੍ਰੀਤ, ਚਾਹ ਨਹੀਂ ਪੀਤੀ ਤੂੰ? ਉਹ ਮਨਪ੍ਰੀਤ ਕੌਰ, पीती है सर, पीती है सर। ਲੱਗਦਾ ਨਹੀਂ ਅੱਜ ਤਾਂ ਐਂ ਲੱਗਦਾ ਜਿੱਦਾਂ ਉਹੀ ਉੱਠ ਕੇ ਤੇ ਬਸ ਬਹਿ ਗਈ ਹੁੰਦੀ ਆ। ਮੈਨੂੰ ਤਾਂ ਐਂ ਲੱਗਦਾ ਨਹਾਤੀ ਵੀ ਨਹੀਂ ਅੱਜ ਤੂੰ। ਹੈ ਹਾਂ ਬਈ, ਕੰਸੈਂਟਰੇਟ, ਆ ਜਾਓ। ਜਿਹੜੀ ਨਹਾਉਣ ਵਾਲੀ ਗੱਲ ਆ ਉਹ ਤਾਂ ਏਦਾਂ ਵੀ ਜਦੋਂ ਦੀਆਂ ਆਨਲਾਈਨ ਕਲਾਸਾਂ ਲੱਗੀਆਂ, ਨਿਆਣਿਆਂ ਨੇ ਨਹਾਉਣਾ ਨੂੰ ਨਾ ਘਟਾਇਆ ਹੀ ਹੋਇਆ ਵੀ ਚੱਲ ਕੋਈ ਗੱਲ ਨਹੀਂ, ਜਿੱਦਾਂ ਦੇ ਹੈਗੇ ਬਹਿ ਜਾਓ। ਹੈ ਮੋਰੇ ਰੱਖ ਲਓ ਮੋਬਾਈਲ ਫੋਨ, ਮੋਰੇ ਰੱਖ ਲਓ ਲੈਪਟਾਪ, ਠੀਕ ਆ, ਜਾਂ ਕੰਪਿਊਟਰ ਤੇ ਬਹਿ ਜਾਓ, ਜਿੱਦਾਂ ਮਰਜ਼ੀ ਕਰ ਲਓ। ਉਸ ਤੋਂ ਬਾਅਦ ਜਿੱਦਾਂ ਪੜ੍ਹਾਈ ਜਾਂਦਾ ਲਿਖੀ ਚੱਲੋ, ਹਾਂ ਨਾ ਕਰੀ ਜਾਂਦੇ, ਵਿਚਾਰੇ ਸ਼ਕਲ ਨਹੀਂ ਦਿਖਾਉਂਦੇ। ਆ ਜਾਓ। ਐਲੀਵੇਟਰ ਜਾਂ ਲਿਫਟ। ਦੇਖੋ ਮੈਂ ਇੱਕ ਐਲੀਵੇਟਰ ਦੀ ਫੋਟੋ ਬਣਾ ਰਿਹਾ, ਸਮਝ ਆ ਰਹੀ ਗੱਲ? ਐਲੀਵੇਟਰ ਨੂੰ ਰੱਸੀ ਦੇ ਨਾਲ ਟੰਗਿਆ ਹੋਊਗਾ, ਇਹ ਰੱਸੀ ਇਹਨੂੰ ਉੱਪਰ ਨੂੰ ਖਿੱਚ ਕੇ ਲੈ ਕੇ ਜਾਊਗੀ, ਥੱਲੇ ਨੂੰ ਖਿੱਚ ਕੇ ਲੈ ਕੇ ਆਊਗੀ। ਨਾਰਮਲੀ ਇਹ ਰੱਸੀ ਜਿਹੜੀ ਲੋਹੇ ਦੀ ਹੁੰਦੀ, ਬਹੁਤ ਸਟਰੋਂਗ ਹੁੰਦੀ ਆ। ਲੋਹੇ ਦੀ ਰੱਸੀ ਹੁੰਦੀ, ਲੋਹੇ ਦੀਆਂ ਤਾਰਾਂ ਦੀ ਬਣੀ ਹੁੰਦੀ ਹੈ, ਬਹੁਤ ਸਟਰੋਂਗ ਰੱਸੀ ਹੁੰਦੀ ਆ ਆਹ ਵਾਲੀ। ਇਹੀ ਕਾਰਨ ਵੀ ਲਿਫਟ ਜਿਹੜੀ ਆ ਉਹ ਜਦੋਂ ਉੱਪਰ ਨੂੰ ਜਾਂਦੀ ਆ, ਥੱਲੇ ਵੱਲ ਨੂੰ ਜਾਂਦੀ ਆ, ਤੇ ਮੋਟਾ ਰੱਸਾ ਬੜਾ ਸਟਰੋਂਗ ਹੁੰਦਾ। ਠੀਕ ਆ, ਤੁਸੀਂ ਦੇਖਿਆ ਹੋਊਗਾ ਲਿਫਟ ਦੇ ਬਾਹਰ ਇੱਕ ਬੋਰਡ ਲੱਗਿਆ ਹੁੰਦਾ ਜਿਹਦੇ ਚ ਲਿਖਿਆ ਹੁੰਦਾ ਵੀ ਮੈਕਸਿਮਮ ਇੰਨੇ ਪਰਸਨਸ ਅਲਾਉਡ, ਮੈਕਸਿਮਮ 5 ਪਰਸਨਸ ਅਲਾਉਡ, ਮੈਕਸਿਮਮ 6 ਪਰਸਨਸ ਅਲਾਉਡ। ਸਾਨੂੰ ਉਹਦਾ 100% ਓਬੇ ਕਰਨਾ ਚਾਹੀਦਾ। ਬੰਦੇ 6 ਅਲਾਉਡ ਹੁੰਦੇ, ਅੰਦਰ 10 ਖੜ ਜਾਂਦੇ ਆ। ਉਹ ਕੋਈ ਜਹਾਜ਼ ਤਾਂ ਹੈ ਨਹੀਂ, ਜਾਂ ਉਹ ਕੋਈ ਬੱਸ ਤਾਂ ਹੈ ਨਹੀਂ ਜਿਹੜੀ ਲੈ ਜੂਗੀ ਬਈ, ਉਹ ਰੱਸੇ ਨਾਲ ਬੰਨੀ ਹੋਈ। ਧਿਆਨ ਰੱਖਿਆ ਕਰੋ, ਉੱਪਰ ਵਾਲੇ ਪਾਸੋਂ ਇੱਕ ਲੋਹੇ ਦੀਆਂ ਵਾਇਰਸ, ਪਤਲੀਆਂ ਪਤਲੀਆਂ ਤਾਰਾਂ ਦੀ ਰੱਸੀ ਬਣੀ ਹੁੰਦੀ ਆ, ਉਹਦੇ ਨਾਲ ਉਹ ਬੰਨੀ ਹੋਈ ਆ। ਤਾਂ ਅੱਗੇ ਵੀ ਮਕੈਨੀਕਲ ਸਿਸਟਮ ਆ ਸਾਰਾ, ਕਿਸੇ ਨਾ ਕਿਤੇ ਉਹ ਵੀ ਹੈਂਗ ਹੋਈ ਆ। ਉਹ ਜਿੱਥੇ ਹੈਂਗਿੰਗ ਪੁਆਇੰਟ ਆ
ਉਹ ਹੈਂਗਿੰਗ ਪੁਆਇੰਟ ਸਟਰੋਂਗ ਨਾ ਹੋਇਆ ਤਾਂ ਕੀ ਕਰੋਗੇ ਬਈ? ਡਿੱਗ ਗਈ ਤਾਂ ਫਿਰ ਸਮਝ ਲਓ ਵੀ ਬਚਦਾ ਬੁਚਦਾ ਕੁਛ ਨਹੀਂ। ਇਹ ਵੀ ਦੱਸ ਦੇਣਾ ਤੁਹਾਨੂੰ, ਜੇ ਲਿਫਟ ਡਿੱਗ ਗਈ ਨਾ ਬਚਦਾ ਕੁਛ ਨਹੀਂ ਬੰਦੇ ਦਾ, ਠੀਕ ਹੈ ਨਾ? ਫਿਰ ਤਾਂ ਕੰਮ ਖਤਮ ਆ, ਠਾ ਦੇਣੀ ਵੱਜੂ ਥੱਲੇ ਆ ਕੇ। ਆ ਜਾਓ ਕੰਸਨਟਰੇਟ। ਇਹਦੇ ਵਿੱਚ ਇੱਕ ਬੰਦਾ ਖੜਾ, ਬੋਲੋ ਵੀ ਕਿਹਨੂੰ ਖੜੇ ਕਰਨਾ? ਅੱਜ ਗਗਨਦੀਪ ਸਿੰਘ ਨੂੰ ਖੜਾ ਕਰਦੇ ਆ। ਲੈ ਵੀ ਗਗਨਦੀਪ ਸਿੰਘ ਲਿਫਟ ਦੇ ਵਿੱਚ ਖੜਾ, ਤੇ ਗਗਨਦੀਪ ਸਿੰਘ ਦਾ weight ਜਿਹੜਾ ਹੈ ਉਹ mg। ਤਾਂ ਇਹ weight ਦਾ ਜਿਹੜਾ ਆ ਸਰਫੇਸ ਹੈ ਨਾ ਗਰਾਊਂਡ, ਆ ਵਾਲਾ ਫਲੋਰ, ਇਹਦਾ ਇਹ ਫਲੋਰ ਕੀ ਕਰਦੀ ਆ? ਇਹ ਗਗਨਦੀਪ ਸਿੰਘ ਨੂੰ ਰਿਐਕਸ਼ਨ ਦਿੱਤੀ ਹੈ ਉੱਪਰ ਵੱਲ ਨੂੰ। ਜਿੱਦਾਂ ਮੈਂ ਖੜਾ, ਮੈਂ ਗਰਾਊਂਡ ਤੇ ਖੜਾ। ਮੈਂ ਕਿਉਂ ਖੜਾ ਗਰਾਊਂਡ ਤੇ? ਕਿਉਂਕਿ ਗਰਾਊਂਡ ਮੈਨੂੰ ਰਿਐਕਸ਼ਨ ਪ੍ਰੋਵਾਈਡ ਕਰ ਰਿਹਾ। ਮੈਂ ਪਾਣੀ ਤੇ ਕਿਉਂ ਨਹੀਂ ਖੜ ਸਕਦਾ? ਕਿਉਂਕਿ ਪਾਣੀ ਮੈਨੂੰ ਰਿਐਕਸ਼ਨ ਪ੍ਰੋਵਾਈਡ ਨਹੀਂ ਕਰਦਾ। ਮੇਰੀ ਗੱਲ ਫੋਲੋ ਕਰ ਰਹੇ ਕਿ ਨਹੀਂ ਕਰ ਰਹੇ? ਪਾਣੀ ਮੈਨੂੰ ਰਿਐਕਸ਼ਨ ਪ੍ਰੋਵਾਈਡ ਨਹੀਂ ਕਰਦਾ। ਹਾਂ, ਆਈਸ ਮੈਨੂੰ ਰਿਐਕਸ਼ਨ ਪ੍ਰੋਵਾਈਡ ਕਰਦੀ ਹੈ ਤਾਂ ਮੈਂ ਆਈਸ ਦੇ ਉੱਪਰ ਖੜਾ ਹੋ ਸਕਦਾ। ਆਈਸ ਮੈਨੂੰ ਰਿਐਕਸ਼ਨ ਪ੍ਰੋਵਾਈਡ ਕਰਦੀ ਹੈ, ਸੋਲਿਡ ਆ, ਤਾਂ ਕਰਕੇ ਮੈਂ ਆਈਸ ਦੇ ਉੱਪਰ ਖੜਾ ਹੋ ਸਕਦਾ। ਕੰਸਨਟਰੇਟ ਹੋ ਜਾਓ। ਤਾਂ ਨਾਰਮਲ ਰਿਐਕਸ਼ਨ ਆਰ ਉੱਪਰ ਵੱਲ ਨੂੰ ਲੱਗਦੀ ਆ, ਔਰ ਧਿਆਨ ਰੱਖਿਓ ਆਰ ਕੀ ਹੁੰਦੀ ਆ? ਦਿਸ ਇਜ਼ ਦ ਅਪੈਰੈਂਟ weight ਆਫ ਪਰਸਨ। ਜਿਹੜਾ ਪਰਸਨ ਅੰਦਰ ਖੜਾ ਹੈ ਉਹਦਾ ਅਪੈਰੈਂਟ weight ਆ, ਠੀਕ ਆ? ਆਰ। ਸਮਝ ਆ ਰਹੀ ਗੱਲ ਕਿ ਨਹੀਂ ਆ ਰਹੀ? ਮੈਂ 2 ਵਾਰ ਇਹ ਗੱਲ ਕਰਤੀ ਤੁਹਾਡੇ। ਹੁਣ ਮੈਂ ਇਹਦੇ ਸਪੈਸ਼ਲ ਕੇਸ ਕਰਨੇ ਆ। ਕੇਸ ਨੰਬਰ 1, ਕੇਸ ਨੰਬਰ 1, when the lift is stationary। ਜਦੋਂ ਲਿਫਟ ਸਟੇਸ਼ਨਰੀ ਹੋਵੇ, ਰੁਕੀ ਹੋਈ ਹੋਵੇ। when the lift is stationary, ਜਦੋਂ ਲਿਫਟ ਖੜੀ ਆ, ਰੁਕੀ ਹੋਈ ਆ, ਮੂਵ ਨਹੀਂ ਕਰ ਰਹੀ। ਜਦੋਂ ਲਿਫਟ ਮੂਵ ਨਹੀਂ ਕਰ ਰਹੀ, ਇਹ ਉਹ ਕੇਸ ਆ। ਓਕੇ, ਦੇਖੋ ਬਈ, ਮੈਂ ਲਿਫਟ ਬਣਾ ਲੈਣਾ, ਤੁਸੀਂ ਵੀ ਸਾਰੇ ਨਾਲ ਉਹਦੀ ਨਾਲ ਹੀ ਖਿੱਚੀ ਜਾਓ ਕੰਮ, ਟਾਈਮ ਨਾ ਲਾਇਓ, ਕਿਤੇ ਵੇਖਦੇ ਰਹੋ ਇਕੱਲੇ। weight mg, normal reaction r, acceleration कितनी? acceleration a is equal to 0। ਤੇ ਜੇ acceleration 0 ਤਾਂ force ਕਿੰਨਾ? ਇਸ ਬੋਡੀ ਤੇ ਆ ਬੰਦਾ ਜਿਹੜਾ ਵਿੱਚ ਖੜਾ ਉਸ ਤੇ ਲੱਗਣ ਵਾਲਾ ਨੈਟ ਫੋਰਸ 0 ਆ, ਬਿਕੋਜ਼ ਲਿਫਟ ਇਜ਼ ਸਟੇਸ਼ਨਰੀ। ਨਾ ਲਿਫਟ ਉੱਪਰ ਵੱਲ ਨੂੰ ਮੂਵ ਕਰ ਰਹੀ ਆ, ਨਾ ਹੀ ਲਿਫਟ ਥੱਲੇ ਵੱਲ ਨੂੰ ਮੂਵ ਕਰ ਰਹੀ ਹੈ, ਖੜੀ ਆ। ਜੇ ਖੜੀ ਆ, ਇਹਦਾ ਮਤਲਬ ਇਹ ਆ ਵੀ ਨਾ ਹੀ ਤਾਂ ਆਰ ਵੱਡਾ, ਨਾ ਹੀ weight ਵੱਡਾ, ਦੋਨੋਂ ਆਪਸ ਚ ਇਕੁਅਲ ਆ। ਗੱਲ ਸਮਝ ਆ ਰਹੀ ਕਿ ਨਹੀਂ ਆ ਰਹੀ? ਉਹ ਗੱਲ ਸਮਝ ਆ ਰਹੀ ਕਿ ਨਹੀਂ ਆ ਰਹੀ? ਹਾਂਜੀ ਸਰ। ਏਦਾਂ ਦੇ ਕੇਸ ਦੇ ਵਿੱਚ ਕੀ ਹੁੰਦਾ ਕਿ ਨੈਟ ਫੋਰਸ 0 ਆ, ਠੀਕ ਆ? ਜੇ ਨੈਟ ਫੋਰਸ 0 ਹੈ ਤਾਂ ਮਤਲਬ ਰਿਐਕਸ਼ਨ ਤੇ weight ਆਪਸ ਚ ਬਰਾਬਰ ਆ। ਤਾਂ ਅਪੈਰੈਂਟ weight ਏਦਾਂ ਦੇ ਕੇਸ ਚ ਕਿੰਨਾ ਹੋਊਗਾ? apparent weight R is equal to mg, यानी कि apparent original weight ਦੇ ਬਰਾਬਰ ਹੋਊਗਾ। means apparent weight is equal to original weight। ਜਿਹਨੂੰ ਇਹ ਚ ਕੋਈ ਦਿੱਕਤ ਹੈਗੀ ਉਹ ਪੁੱਛ ਲਓ। ਜਿਹਨੂੰ ਇਹਦੇ ਵਿੱਚ ਦਿੱਕਤ ਆ ਕੋਈ ਪੁੱਛ ਲਓ। ਕੇਸ ਨੰਬਰ 2, ਹਾਂ ਨੋਟ ਕਰ ਲਿਆ ਸਭ ਨੇ? ਸਭ ਨੇ ਨੋਟ ਕਰਿਆ ਕਿ ਨਹੀਂ ਕਰਿਆ? ਹਾਂਜੀ ਸਰ। ਇੱਕ ਤਾਂ ਬੋਲਦੇ ਨਹੀਂ ਕੋਈ ਵੀ, ਸੁਣਨੇ ਬੈਠੇ ਸਾਰੇ। ਜੀ ਬੇਟਾ ਬੋਲੋ। ਸਰ ਕਰ ਲਿਆ ਨੋਟ। ਚਲੋ ਕੇਸ ਨੰਬਰ 2 ਆ ਜਾਓ। ਕੇਸ ਨੰਬਰ 2 ਸਾਨੂੰ ਕੀ ਕਹਿੰਦਾ? ਉਹ ਕਹਿੰਦਾ when lift is moving upward oblique downward with constant speed, ਇੱਕ constant velocity ਜਾਂ constant speed ਦੇ ਨਾਲ ਮੂਵ ਕਰਦੀ ਹੋਵੇ। ਕੇਸ ਨੰਬਰ 2, when lift is moving upwards oblique downwards with constant velocity,
ਜਾਂ ਯੂਨੀਫਾਰਮ ਵੈਲੋਸਿਟੀ ਨਾਲ ਮੂਵ ਕਰਦੇ ਹੋ ਭਾਈ। ਲਓ ਜੀ ਵੈਲੋਸਿਟੀ ਕਾਂਸਟੈਂਟ ਹੋ ਗਈ ਤਾਂ ਐਕਸਲਰੇਸ਼ਨ ਕਿੰਨੀ ਹੋ ਗਈ ਬੋਲੋ। ਉੱਪਰ ਵੱਲ ਨੂੰ ਜਾ ਰਹੀ ਜਾਂ ਨੀਚੇ ਨੂੰ ਜਾ ਰਹੀ ਹੈ, ਜਿੱਧਰ ਨੂੰ ਮਰਜ਼ੀ ਜਾ ਰਹੀ ਹੈ। ਵੈਲੋਸਿਟੀ ਕੀ ਆ? ਕਾਂਸਟੈਂਟ। ਲਿਫਟ ਦੀ ਵੈਲੋਸਿਟੀ ਕਾਂਸਟੈਂਟ ਹੈ, ਐਕਸਲਰੇਸ਼ਨ ਕਿੰਨੀ ਹੋ ਗਈ? ਤੁਹਾਨੂੰ ਕਰਵਾਇਆ ਹੈ ਕੇਸ ਆਏ। ਉਹ ਜਦੋਂ ਵੈਲੋਸਿਟੀ ਕਾਂਸਟੈਂਟ ਹੁੰਦੀ ਇਹਦਾ ਮਤਲਬ ਵੈਲੋਸਿਟੀ ਚੇਂਜ ਨਹੀਂ ਹੁੰਦਾ, ਤੇ ਜਦੋਂ ਵੈਲੋਸਿਟੀ ਦੇ ਵਿੱਚ ਚੇਂਜ ਨਹੀਂ ਹੁੰਦਾ ਤਾਂ ਐਕਸਲਰੇਸ਼ਨ ਕਿੰਨੀ ਹੁੰਦੀ ਆ? 0 0। ਇਸ ਗੱਲ ਦਾ ਖਾਸ ਖਿਆਲ ਰੱਖਿਓ, ਜਦੋਂ ਵੈਲੋਸਿਟੀ ਚ there is no change in velocity then acceleration is 0। ਮਤਲਬ ਆ ਬੋਡੀ ਮੂਵਿੰਗ ਵਿਦ ਕਾਂਸਟੈਂਟ ਵੈਲੋਸਿਟੀ ਹੈਜ਼ 0 ਐਕਸਲਰੇਸ਼ਨ। ਇੱਕ ਬੋਡੀ ਜਿਹਦੀ ਸਪੀਡ ਕਾਂਸਟੈਂਟ ਆ, ਵੈਲੋਸਿਟੀ ਕਾਂਸਟੈਂਟ ਆ, ਉਹਦੀ ਐਕਸਲਰੇਸ਼ਨ 0 ਹੁੰਦੀ ਆ। ਓਕੇ ਆ ਜਾਓ। ਜੇ ਐਕਸਲਰੇਸ਼ਨ 0 ਤਾਂ ਫੋਰਸ ਵੀ ਕੋਈ ਨਹੀਂ ਲੱਗਾ, ਨੈਟ ਫੋਰਸ 0। ਇਹਦਾ ਮਤਲਬ ਜਿੰਨਾ ਅਪੈਰੈਂਟ weight ਆ ਉਹ ओरिजिनल weight ਦੇ ਬਰਾਬਰ ਆ। ਆਹੀ ਸੇਮ ਕੇਸ ਆ। ਕਾਪੀ ਮਾਰ ਦੋ, ਡਾਇਗਰਾਮ ਬਣਾ ਕੇ ਕਾਪੀ ਮਾਰ ਦੋ, ਮਿੰਟ ਲਾਓ। 2 ਕੇਸ ਸਾਡੇ ਕੰਪਲੀਟ ਹੋ ਗਏ। And lift is moving upwards oblique downward with constant velocity। ਇਸ ਤੋਂ ਬਾਅਦ ਸਾਡੇ ਇੰਪੋਰਟੈਂਟ ਕੇਸ ਚੱਲਣੇ ਆ। ਕੇਸ ਨੰਬਰ 3 ਇੱਥੇ ਲਿਖ ਦੇਣਾ ਮੈਂ। ਕੇਸ ਨੰਬਰ 3 when lift is moving upwards with acceleration a। ਜਦੋਂ ਲਿਫਟ ਉੱਪਰ ਵੱਲ ਨੂੰ a ਐਕਸਲਰੇਸ਼ਨ ਦੇ ਨਾਲ ਜਾ ਰਹੀ ਆ, ਇਹ ਐਕਸਲਰੇਸ਼ਨ ਦੇ ਨਾਲ ਜਾਣ ਦਾ ਮਤਲਬ ਇਹ ਆ ਕਿ ਉਹਦੀ ਸਪੀਡ ਵੱਧ ਰਹੀ ਆ। ਜੇ ਹੀ ਐਕਸਲਰੇਸ਼ਨ ਮਾਈਨਸ ਆ ਜਾਵੇ ਤਾਂ ਸਪੀਡ ਘਟ ਜੂਗੀ। ਤਾਂ ਡਜ਼ਨਟ ਮੈਟਰ, ਜੇ ਪੋਜ਼ਿਟਿਵ ਹੋਇਆ ਪੋਜ਼ਿਟਿਵ ਲਾ ਦਿਓ, ਜੇ ਨੈਗੇਟਿਵ ਹੋਇਆ ਨੈਗੇਟਿਵ ਲਾ ਦਿਓ, ਕੋਈ ਦਿੱਕਤ ਵਾਲੀ ਗੱਲ ਨਹੀਂ। ਆ ਜਾਓ ਬਈ, ਡਾਇਗਰਾਮ ਬਣਾਵਾਂਗੇ। ਡਾਇਗਰਾਮ ਬਣਾਵਾਂਗੇ ਅਸੀਂ। ਮੇਰੇ ਦਿਮਾਗ 'ਚ ਉਹੀ ਗੱਲ ਚੱਲ ਰਹੀ, ਮੈਂ ਬੋਡੀ ਦਾ ਅਪੈਰੈਂਟ weight ਫਾਈਂਡ ਕਰਨਾ। ਆ ਮੈਂ ਡਾਇਗਰਾਮ ਡਰਾ ਕਰਤਾ, ਬਣਾ ਲਓ ਜਲਦੀ। ਉਹੀ ਲਿਫਟ ਆ ਜਿਹੜੀ ਅੱਗੇ ਬਣਾਈ ਆ। weight ਡਾਊਨਵਰਡ ਆ, ਰਿਐਕਸ਼ਨ ਉੱਪਰ ਵੱਲ ਨੂੰ ਆ, ਔਰ ਲਿਫਟ ਉੱਪਰ ਨੂੰ ਮੂਵ ਕਰ ਰਹੀ ਆ। ਉੱਪਰ ਵੱਲ ਨੂੰ ਮੋਸ਼ਨ ਹੋ ਰਹੀ ਆ, ਲਿਫਟ ਦੀ ਮੋਸ਼ਨ ਹੋ ਰਹੀ ਉੱਪਰ ਵੱਲ ਨੂੰ। ਲਿਫਟ ਦੀ ਐਕਸਲਰੇਸ਼ਨ ਆ a। ਲਿਫਟ ਦੀ ਐਕਸਲਰੇਸ਼ਨ ਕਿੰਨੀ ਆ? a। ਜੇ ਲਿਫਟ ਦੀ ਐਕਸਲਰੇਸ਼ਨ ਪੁੱਤਰੋ a ਆ, ਓਕੇ, ਉਹਦੇ ਤੇ ਨੈਟ ਫੋਰਸ ਕਿੰਨਾ ਲੱਗਿਆ ਉਹ ਦੇਖਿਓ। ਜੇ ਐਕਸਲਰੇਸ਼ਨ a ਆ ਦੈਨ ਫੋਰਸ F ਇਜ਼ ਇਕੁਅਲ ਟੂ ਕਿੰਨਾ ਲੱਗਿਆ? ਮਾਸ ਇਨਟੂ ਐਕਸਲਰੇਸ਼ਨ। ਮਾਸ ਬੰਦੇ ਦਾ ਹੈਗਾ m। ਮਾਸ ਕਿੰਨਾ ਪੁੱਤਰ ਬੰਦੇ ਦਾ? m, ਔਰ ਉਹਦੀ ਐਕਸਲਰੇਸ਼ਨ a, ਤਾਂ ਨੈਟ ਫੋਰਸ ਲੱਗਿਆ m ਇਨਟੂ a। ਜੇ ਕਿਸੇ ਨੂੰ ਕੋਈ ਸ਼ੱਕ ਆ ਪੁੱਛ ਲਓ। ਜਦੋਂ ਲਿਫਟ ਉੱਪਰ ਵੱਲ ਨੂੰ ਮੂਵ ਕਰੂਗੀ, ਮੈਨੂੰ ਦੱਸੋ ਵੀ ਫੋਰਸ ਤਾਂ 2 ਹੀ ਆ, ਇੱਕ ਰਿਐਕਸ਼ਨ ਨਾਰਮਲ ਵਾਲੀ ਔਰ ਇੱਕ weight। ਰਿਐਕਸ਼ਨ ਵੱਡੀ ਆ weight ਵੱਡਾ? ਜਲਦੀ ਬੋਲੋ। ਰਿਐਕਸ਼ਨ। ਰਿਐਕਸ਼ਨ ਵੱਡੀ ਕਿਉਂਕਿ ਬਾਡੀ ਉੱਪਰ ਨੂੰ ਜਾ ਰਹੀ ਹੈ। ਰਿਐਕਸ਼ਨ ਵੱਡੀ, weight ਛੋਟਾ। ਜੇ weight ਵੱਡਾ ਹੋ ਗਿਆ ਤੁਸੀਂ ਇਹ ਚ ਮੋਰਾ ਕੱਢ ਕੇ ਥੱਲੇ ਡਿੱਗ ਜਾਓਗੇ, ਦੱਸੀ ਜਾਣਾ ਤੁਹਾਨੂੰ। ਫਿਰ ਨਾ ਆਖਿਓ, ਹੋਲ ਕਰਕੇ ਥੱਲੇ ਡਿੱਗ ਜਾਓਗੇ ਤੁਸੀਂ ਜੇ weight ਵੱਡਾ ਹੋਇਆ ਰਿਐਕਸ਼ਨ ਤੋਂ। ਰਿਐਕਸ਼ਨ ਦੇ ਵੱਡੇ ਹੋਣਾ ਬਹੁਤ ਜ਼ਰੂਰੀ ਆ। ਤਾਂ ਵੱਡੇ ਚੋਂ ਛੋਟਾ ਫੋਰਸ ਮਾਈਨਸ ਕੀਤਾ, r ਮਾਈਨਸ mg। ਵੱਡੇ ਚੋਂ ਛੋਟਾ ਮਾਈਨਸ ਕੀਤਾ is equal to mass into acceleration। ਕੀ ਇਹ ਪੁਲੀ ਵਾਲਾ ਕਨਸੈਪਟ ਨਹੀਂਗਾ? ਦੱਸਿਓ, ਕੀ ਇਹ ਪੁਲੀ ਵਾਲਾ ਕਨਸੈਪਟ ਨਹੀਂ? ਸੇਮ ਪੁਲੀ ਵਾਲੇ ਕਨਸੈਪਟ ਆ। ਵੱਡੇ ਫੋਰਸ ਚੋਂ ਛੋਟਾ ਫੋਰਸ ਮਾਈਨਸ ਕੀਤਾ is equal to net force। ਤਾਂ ਵੱਡਾ ਫੋਰਸ ਸਾਡਾ ਉੱਪਰ ਵੱਲ ਨੂੰ ਰਿਐਕਸ਼ਨ, ਛੋਟਾ ਫੋਰਸ mg। r ਮਾਈਨਸ mg is equal to m into a। ਤਾਂ ਬੇਟਾ ਨਾਰਮਲ ਰਿਐਕਸ਼ਨ r ਕਿੰਨੀ ਆ ਗਈ? r ਆ ਗਈ ਬੇਟਾ mg ਪਲਸ ma। यानी कि नॉर्मल रिएक्शन m कॉमन आ गया, विच रह गई g प्लस a। आ भी सही आ भी सही आ। ਇਹਦਾ ਮਤਲਬ ਅਪੈਰੈਂਟ weight is equal to actual weight plus net force। ਯਾਨੀ ਕਿ ਕਹਿਣ ਦਾ ਮਤਲਬ ਇਹ ਫੋਰਸ ਲਗਾਇਆ ਕਿਹਨੇ? ਇਹ ਫੋਰਸ ਲਿਫਟ ਨੇ ਲਗਾਇਆ। ਇਹ ਲਿਫਟ ਦੀ ਮੋਟਰ ਨੇ ਲਗਾਇਆ ਸਾਨੂੰ ਚੱਕ ਕੇ ਲਿਜਾਣ ਵਾਸਤੇ ਉੱਪਰ ਵੱਲ ਨੂੰ। ਇਹ ਐਕਸਟਰਾ ਫੋਰਸ ਸਾਡੇ weight ਦੇ ਵਿੱਚ ਐਡ ਹੋ ਗਿਆ। ਇਹ ਐਕਸਟਰਾ ਫੋਰਸ ma ਸਾਡੇ weight ਦੇ ਵਿੱਚ ਐਡ ਹੋ ਗਿਆ। ਤੇ ਜਿਹੜੀ ਵੇਇੰਗ ਮਸ਼ੀਨ ਆ ਉਹਨੇ ਸਾਡਾ weight ਫਿਰ ਜ਼ਿਆਦਾ ਦੱਸਿਆ ਕਿ ਘੱਟ ਦੱਸਿਆ? ਬੋਲਿਓ। ਵੇਇੰਗ ਮਸ਼ੀਨ ਸਾਡਾ weight ਜ਼ਿਆਦਾ ਦੱਸੂ ਘੱਟ ਦੱਸੂ?
ਨਵਜੋਤ ਸਿੰਘ ਸਰ ਸਰ ਨਵਜੋਤ ਜ਼ਿਆਦਾ ਦੱਸ ਰਿਹਾ ਦੱਸੋ। ਘੱਟ ਕਿਹੜੇ ਹਿਸਾਬ ਨਾਲ ਦੱਸੋ ਪਨਾਸ ਤੂੰ ਇਹ ਦੱਸ ਬਈ ਘੱਟ ਕਿਹੜੇ ਹਿਸਾਬ ਨਾਲ ਸੀ ਐਡ ਹੋਇਆ ਸਬਟਰੈਕਟ ਹੋਇਆ ਐਡ ਹੋਇਆ। ਫੇਰ ਘੱਟ ਕਿੱਦਾਂ ਹੋ ਗਿਆ ਇਹ ਤਾਂ ਵਧਿਆ mg ਪਹਿਲਾਂ ओरिजिनल ਸੀ mg r is equal to mg ਹੁਣ ਉਹਦੇ ਚ ma ਐਡ ਹੋ ਗਿਆ ਤਾਂ weight ਤਾਂ ਵੱਧ ਗਿਆ ਸਾਡਾ ਯਾਨੀ ਕਿ ਜੇ ਤੁਸੀਂ ਵੇਇੰਗ ਮਸ਼ੀਨ ਲੈ ਕੇ ਲਿਫਟ ਦੇ ਵਿੱਚ ਖੜ ਜਾਓ ਔਰ ਲਿਫਟ ਜਦੋਂ ਹੀ ਸਟਾਰਟ ਹੋਈ ਉਹ ਇੱਕਦਮ ਐਕਸਲਰੇਟ ਕਰੂਗੀ ਤਾਂ ਤੁਸੀਂ ਵੇਇੰਗ ਮਸ਼ੀਨ ਦੀ ਰੀਡਿੰਗ ਵੱਲ ਦੇਖੋ ਰੀਡਿੰਗ ਵੱਧ ਜੂਗੀ ਤੁਹਾਡਾ weight ਵੱਧ ਜੂਗਾ ਪਰ ਉਹ weight apparent ਇਨਕਰੀਜ਼ ਆ ਤੁਹਾਡਾ weight ਐਕਚੁਅਲ ਚ ਨਹੀਂ ਵਧਿਆ ਉਹ apparently ਇਨਕਰੀਜ਼ ਕੀਤਾ apparent weight ਸਾਡਾ ਜਿਹੜਾ ਹੈਗਾ ਉਹ that is equal to mg plus ma ਯਾਨੀ ਕਿ m into g plus a ठीक है therefore apparent weight increases apparent weight greater than original weight लिख लो ये apparent weight original weight तो भी बड़ा हो गया किसी ਨੂੰ ਸ਼ੱਕ ਹੋਵੇ ਉਹ ਬੱਚਾ ਆਪਣਾ ਕੁਐਸਚਨ ਕਰ ਲਵੇ next fourth case चौथा case when lift is moving downward with acceleration a ਲਿਫਟ ਥੱਲੇ ਵੱਲ ਨੂੰ ਜਾ ਰਹੀ ਹੈ ਇਹ ਐਕਸਲਰੇਸ਼ਨ ਦੇ ਨਾਲ ਕੇਸ ਨੰਬਰ 4 when the lift is moving downwards with acceleration a ਇਹ ਐਕਸਲਰੇਸ਼ਨ ਦੇ ਨਾਲ ਲਿਫਟ ਥੱਲੇ ਨੂੰ ਜਾ ਰਹੀ ਹੈ ਉੱਪਰ ਨੂੰ ਨਹੀਂ ਜਾ ਰਹੀ ਥੱਲੇ ਨੂੰ ਜਾ ਰਹੀ ਹੈ ਮਤਲਬ ਤੁਸੀਂ ਮੰਨ ਲਓ ਵੀ 5ਵੇਂ ਫਲੋਰ ਤੇ ਚਲੇ ਗਏ ਤੇ 5ਵੇਂ ਫਲੋਰ ਤੇ ਜਾ ਕੇ ਡਾਇਗਰਾਮ ਬਣਾਵਾਂਗੇ 5ਵੇਂ ਫਲੋਰ ਤੇ ਜਾ ਕੇ ਥੱਲੇ ਨੂੰ ਆਉਣਾ ਤੁਸੀਂ ਜਦੋਂ ਹੀ ਲਿਫਟ ਸਟਾਰਟ ਕੀਤੀ ਵੇਇੰਗ ਮਸ਼ੀਨ ਦੇ ਉੱਤੇ ਖੜੇ ਹੋ ਜਿਓ ਵੇਇੰਗ ਮਸ਼ੀਨ ਰੱਖ ਲਿਓ ਲਿਫਟ ਦੇ ਵਿੱਚ ਉਹਦੇ ਉੱਪਰ ਖੜੇ ਹੋ ਜਿਓ ਤਾਂ ਲਿਫਟ ਥੱਲੇ ਵੱਲ ਨੂੰ ਮੂਵ ਕਰਾਉਣੀ ਸ਼ੁਰੂ ਕਰ ਦਿਓ ਜਦੋਂ ਹੀ ਲਿਫਟ ਸਟਾਰਟ ਕਰੋਗੇ ਤਾਂ ਤੁਹਾਨੂੰ ਕਲੀਅਰ ਹੋ ਜੂਗੀ ਗੱਲ ਠੀਕ ਹੈ ਜਦੋਂ ਤੁਸੀਂ ਲਿਫਟ ਸਟਾਰਟ ਕਰੋਗੇ ਤੁਹਾਡਾ weight ਜਿਹੜਾ ਉਹ ਚੈੱਕ ਕਰਦੇ ਵਧੂਗਾ ਘਟੂਗਾ ਤਾਂ ਲਿਫਟ ਜਾ ਰਹੀ ਡਾਊਨਵਰਡ ਐਕਸਲਰੇਸ਼ਨ ਹੈਗੀ ਆ a ਤਾਂ ਫੋਰਸ ਲੱਗੂਗਾ F is equal to ma ਡਾਊਨਵਰਡ ਐਜ ਕਰ ਲਿਫਟ ਥੱਲੇ ਵੱਲ ਨੂੰ ਜਾ ਰਹੀ ਹੈ ਦੱਸੋ weight ਵੱਡਾ ਕਿ ਰਿਐਕਸ਼ਨ ਵੱਡੀ ਵੇਟ ਧਿਆਨ ਨਾਲ ਸੁਣ ਲਓ ਐਜ ਕਰ weight ਵੱਡਾ ਬਣੂਗਾ weight ਵੱਡਾ ਰਿਐਕਸ਼ਨ ਛੋਟੀ ਤਾਂ ਹੀ ਲਿਫਟ ਥੱਲੇ ਜਾ ਰਹੀ ਹੈ ਠੀਕ ਹੈ ਲਿਫਟ ਥੱਲੇ ਜਾ ਕੇ ਉਹਨੂੰ ਕੰਪਨਸੇਟ ਕਰਦੀ ਹੈ ਜੇ ਲਿਫਟ ਥੱਲੇ ਨਹੀਂ ਜਾ ਰਹੀ ਹੁੰਦੀ ਤਾਂ ਫਿਰ ਬੰਦਾ ਥੱਲੇ ਨੂੰ ਜ਼ਰੂਰ ਚੱਲ ਜਾਂਦਾ ਕਿਉਂਕਿ ਉਹਨੇ ਇਸ ਲਿਫਟ ਦੇ ਵਿੱਚ ਹੋਲ ਕਰਕੇ ਥੱਲੇ ਨੂੰ ਡਿੱਗ ਪੈਣਾ ਸੀ ਠੀਕ ਹੈ ਤਾਂ ਲਿਫਟ ਥੱਲੇ ਨੂੰ ਜਾ ਰਹੀ ਜਿਹੜੀ ਕਿ ਉਹਨੂੰ ਕੰਪਨਸੇਟ ਕਰ ਰਹੀ ਹੈ ਧਿਆਨ ਨਾਲ ਸੁਣ ਲਿਓ ਅੱਜ ਕਰ apparent weight r कैलकुलेट करना मैं फार्मूला मैं बदल देना मेरा फार्मूला की बनूंगा ਵੱਡੇ ਚੋਂ ਛੋਟਾ ਮਾਈਨਸ ਕੀਤਾ is equal to net ਤਾਂ ਵੱਡਾ ਇੱਕ ਵਾਰ ਹੈਗਾ weight ਛੋਟੀ ਹੈਗੀ ਰਿਐਕਸ਼ਨ ਤਾਂ ਵੱਡਾ mg ਮਾਈਨਸ ਛੋਟੀ ਰਿਐਕਸ਼ਨ is equal to mass m ਹੋ ਗਿਆ ਇਹਦਾ ਮਾਸ ਬੰਦੇ ਦਾ m into acceleration a ਯਾਨੀ ਕਿ ਫੋਰਸ ma net ਫੋਰਸ ma ਦੇ ਇਕੁਅਲ ਆ ਮੈਂ ਉਹੀ ਸਟੋਰੀ ਚਲਾਈ ਹੋਈ ਪਹਿਲਾਂ ਵਾਲੀ ਤਾਂ ਨਾਰਮਲ ਰਿਐਕਸ਼ਨ r ਦੀ ਵੈਲਿਊ ਜਦੋਂ ਮੈਂ ਕੈਲਕੂਲੇਟ ਕਰੂੰਗਾ ਤੇ ਮੇਰੀ ਆ ਜੂਗੀ mg ma ਉਹ ਧਿਆਨ ਨਾਲ ਸੁਣ ਲਿਓ weight ਘਟ ਗਿਆ weight ਡਿਕਰੀਜ਼ ਕਰ ਗਿਆ ਐਕਚੁਅਲ weight ਤਾਂ ਤੁਹਾਡਾ mg ਰਹਿਣਾ ਪਰ apparent weight ਤੁਹਾਡਾ mg ਦੇ ਵਿੱਚੋਂ ma ਮਾਈਨਸ ਹੋ ਗਿਆ ਤਾਂ apparent weight ਤੁਹਾਡਾ ਡਿਕਰੀਜ਼ ਕਰ ਗਿਆ ਯਾਨੀ ਕਿ ਜਦੋਂ ਲਿਫਟ ਥੱਲੇ ਵੱਲ ਨੂੰ ਜਾ ਰਹੀ ਆ ਠੀਕ ਆ ਤੁਸੀਂ 5th 6th 5th 7th ਫਲੋਰ ਤੋਂ ਨੀਚੇ ਵੱਲ ਨੂੰ ਸਟਾਰਟ ਕੀਤੀ ਮੋਸ਼ਨ ਔਰ ਤੁਸੀਂ ਲਿਫਟ ਦੇ ਜਿਹੜਾ ਹੈਗਾ ਵੇਇੰਗ ਮਸ਼ੀਨ ਦੇ ਉੱਪਰ ਖੜੇ ਆ ਤਾਂ ਤੁਹਾਡਾ apparent weight ਜਿਹੜਾ ਉਹ ਡਿਕਰੀਜ਼ ਕਰ ਜਾਊਗਾ ਇੱਕਦਮ ਠੀਕ ਹੈ ਜਦੋਂ ਤੱਕ ਲਿਫਟ ਕਾਂਸਟੈਂਟ ਸਪੀਡ ਤੇ ਨਹੀਂ ਆਉਂਦੀ ਤਾਂ r is equal to ਆਊਗਾ ਤੁਹਾਡਾ mg m into g minus a ਠੀਕ ਹੈ ਮੀਨਸ therefore ਕੀ ਕਰਾਂਗੇ apparent weight is less than actual weight ਜਾਂ original weight apparent weight original weight ਤੋਂ ਲੈਸ ਆ ਘੱਟ ਆ बेटे जी समझ आ रही कि नहीं आ रही किन्ने केस हो गए पुत्रों ये 4 केस हो गए केस नंबर 5 लिखियो ਜਦੋਂ ਲਿਫਟ ਫ੍ਰੀਲੀ ਫਾਲ ਕਰਨ ਲੱਗ ਜਵੇ ਲਿਫਟ ਦਾ ਰੱਸਾ ਟੁੱਟ ਗਿਆ ਮੰਨ ਲਓ ਕਿਸੇ ਮੂਵੀ ਦਾ ਸੀਨ ਦੇਖਿਆ ਹੋਊਗਾ ਤੁਸੀਂ ਠੀਕ ਆ ਮੈਂ ਲਿਫਟ ਇਜ਼ ਫਾਲਿੰਗ ਫ੍ਰੀਲੀ ਅੰਡਰ ਗ੍ਰੈਵਿਟੀ ਜਦੋਂ ਲਿਫਟ ਫ੍ਰੀਲੀ ਫਾਲ ਉਹਦਾ ਰੱਸਾ ਟੁੱਟ ਜਵੇ ਔਰ ਉਹ ਫ੍ਰੀਲੀ ਫਾਲ ਕਰਨ ਲੱਗ ਜਵੇ ਅੰਡਰ ਗ੍ਰੈਵਿਟੀ ਦਿਸ ਇਜ਼ ਦਾ ਨੈਕਸਟ ਕੇਸ ਇਹ ਸਾਡਾ ਅਗਲਾ ਕੇਸ ਆ ਠੀਕ ਹੈ ਇਹ ਸਾਡਾ ਅਗਲਾ ਕੇਸ ਆ ਜਦੋਂ ਲਿਫਟ ਫ੍ਰੀਲੀ ਫਾਲ ਕਰਨ ਲੱਗ ਜਵੇ ਅੰਡਰ ਗ੍ਰੈਵਿਟੀ ਉਦੋਂ ਕੀ ਹੋਊਗਾ ਲਓ ਜੀ ਦੇਖੋ ਧਿਆਨ ਦੇਣਾ
Case number 5, when the lift is falling freely, fall कर रही है, falling freely under gravity, ਜਦੋਂ lift freely under gravity fall कर रही होਵੇ ਉਦੋਂ ਕੀ ਹੋਊਗਾ? When the lift is falling freely under gravity, ਤਾਂ ਬੇਟਾ ਉਹੀ weight ਆ, ਉਹੀ normal reaction ਆ, but lift ਥੱਲੇ ਵੱਲ ਨੂੰ ਡਿੱਗ ਰਹੀ, ਉਹਦੀ ਰੱਸੀ ਟੁੱਟ ਗਈ, ਉਹਦੀ ਰੱਸੀ ਟੁੱਟ ਗਈ ਨੀਚੇ ਵੱਲ ਨੂੰ, ਉਹ acceleration a ਬਰਾਬਰ g ਦੇ ਨਾਲ ਡਿੱਗ ਰਹੀ ਹੈ। acceleration ਕਿੰਨੀ ਹੈ ਬੇਟਾ? a is equal to g, ਤਾਂ net force ਕਿੰਨਾ ਆ ਗਿਆ? therefore F is equal to ma is equal to mg। ਮੈਂ ਠੀਕ ਲਿਖਿਆ? ਨੀਚੇ ਵੱਲ ਨੂੰ ਮੋਸ਼ਨ ਹੋ ਰਹੀ ਆ ਔਰ weight ਜਿਹੜਾ ਆ ਨੀਚੇ ਵੱਲ ਨੂੰ ਮੋਸ਼ਨ ਹੋ ਰਹੀ ਆ, body is falling freely under gravity, ਅੰਡਰ ਗ੍ਰੈਵਿਟੀ ਐਕਸਲਰੇਸ਼ਨ ਹਮੇਸ਼ਾ g ਹੁੰਦੀ ਆ। ਕਿਸੇ ਬੋਡੀ ਨੂੰ ਇਹਦੇ ਛੱਡ ਦੋ, ਕਿਸੇ ਬੋਡੀ ਨੂੰ ਇਹਦੇ ਛੱਡ ਦੋ, ਉਹ ਚ ਐਕਸਲਰੇਸ਼ਨ ਕਿੰਨੀ ਪ੍ਰੋਡਿਊਸ ਹੁੰਦੀ ਪੁੱਤਰੋ ਦੱਸਿਓ? ਜੀ ਐਕਸਲਰੇਸ਼ਨ ਕਿੰਨੀ ਪ੍ਰੋਡਿਊਸ ਹੁੰਦੀ ਆ? g। ਜੀ ਉਹੀ g ਇਹਦੇ ਵਿੱਚ ਪ੍ਰੋਡਿਊਸ ਹੋ ਗਈ ਲਿਫਟ ਦੇ ਵਿੱਚ। ਹਾਂ ਹੁਣ ਦੇਖਿਓ, ਹੁਣ ਦੇਖੋ weight ਵੱਡਾ ਰਿਐਕਸ਼ਨ ਛੋਟੀ, ਨੀਚੇ ਵੱਲ ਨੂੰ ਜਾ ਰਹੇ ਆ, weight ਵੱਡਾ ਰਿਐਕਸ਼ਨ ਛੋਟੀ is equal to net force F, ਔਰ F ਦੀ ਵੈਲਿਊ ਕਿੰਨੀ ਪੁੱਟ ਕਰਾਂ? mg minus r is equal to mg, ਔਰ ਫੋਰਸ ਦੀ ਵੈਲਿਊ ਕਿੰਨੀ ਆ? ਫੋਰਸ ਦੀ ਵੈਲਿਊ mg, r is equal to ਕਿੰਨਾ ਆ ਗਿਆ? ਨਾਰਮਲ ਰਿਐਕਸ਼ਨ ਆ ਗਈ mg minus mg, ਔਰ ਨਾਰਮਲ ਰਿਐਕਸ਼ਨ ਹੀ ਅਪੈਰੈਂਟ weight ਹੁੰਦੀ ਆ, ਤਾਂ ਸਾਡੀ ਅਪੈਰੈਂਟ weight ਕਿੰਨਾ ਹੋ ਗਿਆ? 0। ਮਤਲਬ ਜੇ ਤੁਸੀਂ ਕਿਸੇ ਲਿਫਟ 'ਚ ਹੋਵੋ ਔਰ ਲਿਫਟ ਦਾ ਰੱਸਾ ਟੁੱਟ ਜਾਵੇ ਤਾਂ ਤੁਹਾਨੂੰ ਫੀਲਿੰਗ ਕਿੱਦਾਂ ਦੀ ਆਊਗੀ? ਤੁਹਾਨੂੰ ਫੀਲਿੰਗ weightless ਆਊਗੀ, weightless ਮਤਲਬ ਬੋਡੀ weightless ਹੋ ਜੂਗੀ। ਠੀਕ ਹੈ, ਲਿਖ ਦਿਓ therefore the body becomes weightless। ਇੱਕ ਉਸ ਟਾਈਮ ਵਾਸਤੇ ਜਿੰਨੇ ਟਾਈਮ ਉਹ ਬੋਡੀ ਥੱਲੇ ਡਿੱਗ ਰਹੀ ਹੋਊਗੀ, that becomes weightless। ਇੱਕ ਡਿੱਗ ਰਹੀ ਲਿਫਟ, ਇੱਕ ਫ੍ਰੀਲੀ ਫਾਲਿੰਗ ਬੋਡੀ ਹਮੇਸ਼ਾ weightless ਹੁੰਦੀ ਹੈ, ਇਹ ਗੱਲ ਯਾਦ ਰੱਖ ਲਿਓ। ਜੇ ਤੁਸੀਂ ਵੀ ਛਾਲ ਮਾਰ ਰਹੇ ਹੋ ਅੰਡਰ ਗ੍ਰੈਵਿਟੀ ਤਾਂ ਤੁਸੀਂ ਵੀ ਰਸਤੇ 'ਚ weightless ਹੋਵੋਗੇ, ਇਹ ਗੱਲ ਯਾਦ ਰੱਖਿਓ। ਠੀਕ ਹੈ, you will be weightless in the way, ਰਸਤੇ 'ਚ ਤੁਸੀਂ weightless ਹੋਵੋਗੇ। ਕਿੰਨੇ ਕੇਸ ਹੋ ਗਏ? 5 ਹੋ ਗਏ। ਇੱਕ ਲਾਸਟ ਕੇਸ ਕਰ ਲਿਓ ਫਿਰ ਛੁੱਟੀ। ਠੀਕ ਆ, 6ਵਾਂ ਕੇਸ, 6th case, when lift is moving downward with acceleration, this is the last case, case number 6 ਆਪਾਂ ਧੱਕੇ ਨਾਲ ਬਣਾ ਲਿਆ। when the lift is moving downward with acceleration a greater than g, acceleration ਜਿਹੜੀ ਆ a ਉਹ g ਤੋਂ ਵੱਡੀ ਹੋਵੇ, ਮਤਲਬ acceleration ਤਾਂ a ਹੀ ਹੋਵੇ ਪਰ ਇਹ g ਤੋਂ ਵੱਡੀ ਹੋਵੇ। ਸਮਝ ਆ ਰਹੀ ਗੱਲ? ਤਾਂ ਉਹੀ ਗੱਲ ਜਿੱਦਾਂ ਮੈਂ ਅੱਗੇ ਲਿਖੀ ਸੀ, weight ਮਾਈਨਸ ਵੱਡੇ ਚੋਂ ਛੋਟਾ, ਦੇਖੋ ਡਾਊਨਵਰਡ ਜਾ ਰਹੀ ਹੈ ਤਾਂ ਵੱਡੇ ਚੋਂ ਛੋਟਾ ਫੋਰਸ ਮਾਈਨਸ ਕੀਤਾ is equal to net force F, ਔਰ F ਦੀ ਵੈਲਿਊ ma, F ਦੀ ਵੈਲਿਊ ma, ਮੈਂ ਕੋਈ ਚੇਂਜ ਨਹੀਂ ਕਰਦਾ, ਮੇਰੇ ਕੋਲ ਉਹੀ ਚੀਜ਼ ਆ, ਨਾਰਮਲ ਰਿਐਕਸ਼ਨ is equal to mg minus ma। ਪਰ ਮੇਰੇ ਕੋਲ ਇੱਕ ਦਿੱਕਤ ਹੈਗੀ ਆ, ਮੇਰੇ ਕੋਲ ਨਾਰਮਲ ਰਿਐਕਸ਼ਨ ਆ ਗਈ m into g minus a। ਮੇਰੇ ਕੋਲ ਪ੍ਰੋਬਲਮ ਇਹ ਆ ਵੀ a g ਤੋਂ ਵੱਡਾ ਆ। ਮੇਰੇ ਕੋਲੇ ਪ੍ਰੋਬਲਮ ਕੀ ਆ? ਮੇਰੇ ਕੋਲੇ ਪ੍ਰੋਬਲਮ ਇਹ ਹੈ ਕਿ ਐਕਸਲਰੇਸ਼ਨ ਇਜ਼ ਗ੍ਰੇਟਰ ਦੈਨ ਜੀ, ਮਤਲਬ ਐਕਸਲਰੇਸ਼ਨ 9.8 ਤੋਂ ਵੀ ਜ਼ਿਆਦੀ ਆ, ਥੱਲੇ ਵੱਲ ਨੂੰ ਬੋਡੀ ਆ ਰਹੀ ਆ ਔਰ ਦੀ ਐਕਸਲਰੇਸ਼ਨ 9.8 ਤੋਂ ਵੀ ਜ਼ਿਆਦੀ, ਮਤਲਬ ਕੋਈ ਖਿੱਚ ਰਿਹਾ ਬੋਡੀ ਨੂੰ, ਕਿਉਂਕਿ ਫ੍ਰੀਲੀ ਫਾਲਿੰਗ ਦੀ ਜੀ ਹੁੰਦੀ ਆ, ਉਹ ਖਿੱਚ ਰਿਹਾ ਕਿਸੇ ਰੱਸੀ ਦੇ ਨਾਲ ਬੋਡੀ ਨੂੰ, ਔਰ ਦੀ ਐਕਸਲਰੇਸ਼ਨ ਜੀ ਤੋਂ ਜ਼ਿਆਦੀ ਆ। ਜਦੋਂ ਐਕਸਲਰੇਸ਼ਨ ਜੀ ਤੋਂ ਜ਼ਿਆਦੀ ਹੋਗੀ, ਠੀਕ ਆ, ਤਾਂ weight ਨੈਗੇਟਿਵ ਹੋ ਜਾਊਗਾ ਕਿ ਪੋਜ਼ਿਟਿਵ ਹੋ ਜਾਊਗਾ ਦੱਸੋ? since a is greater than g, ਤਾਂ therefore r ਦੀ ਵੈਲਿਊ ਪੋਜ਼ਿਟਿਵ ਹੋਊ ਜਾਂ ਨੈਗੇਟਿਵ ਹੋਊਗੀ? ਦੱਸਿਓ ਬਈ, r ਦੀ ਵੈਲਿਊ ਪੋਜ਼ਿਟਿਵ ਹੋਊਗੀ ਕਿ ਨੈਗੇਟਿਵ ਹੋਊਗੀ? ਉਹ ਬੋਲ ਦੋ ਕੋਈ। r ਦੀ ਵੈਲਿਊ ਦਿਖ ਰਹੀ ਸਾਨੂੰ ਨੈਗੇਟਿਵ ਹੋਊਗੀ, a ਵੱਡਾ g ਛੋਟਾ, ਤਾਂ ਨਾਰਮਲ ਰਿਐਕਸ਼ਨ ਜਿਹੜੀ ਆ ਉਹ ਨੈਗੇਟਿਵ ਹੋ ਜਾਊਗੀ। ਨਾਰਮਲ ਰਿਐਕਸ਼ਨ ਦੇ ਨੈਗੇਟਿਵ ਹੋਣ ਦਾ ਮਤਲਬ ਕੀ ਆ? ਨਾਰਮਲ ਰਿਐਕਸ਼ਨ ਦੇ ਨੈਗੇਟਿਵ ਹੋਣ ਦਾ ਮਤਲਬ ਇਹ ਆ ਕਿ ਬੰਦਾ weightless ਹੋ ਗਿਆ, ਬੰਦੇ ਦਾ ਜਿਹੜਾ weight ਆ ਉਹ ਨੈਗੇਟਿਵ ਡਾਇਰੈਕਸ਼ਨ 'ਚ ਹੋ ਗਿਆ, ਪੁੱਠਿਆ ਹੋ ਗਿਆ। ਠੀਕ ਆ, ਬੰਦਾ weightless ਹੈਗਾ ਹੀ ਸੀਗਾ ਪਹਿਲਾਂ ਹੀ, ਉਹਦਾ weight ਨੈਗੇਟਿਵ ਹੋ ਗਿਆ, ਇਹਦਾ ਮਤਲਬ ਉਹ ਬੰਦਾ ਛੱਤ ਤੇ ਜਾ ਕੇ ਲੱਗ ਜਾਊਗਾ। ਪਹਿਲਾਂ ਤਾਂ ਉਹਦੇ ਇਕੱਲੇ ਪੈਰ ਉਖੜੇ ਸੀ, ਉਹ weightless ਹੋਇਆ ਸੀ ਜਦੋਂ ਫ੍ਰੀਲੀ ਫਾਲ ਕਰ ਰਹੇ ਸੀ। ਹੁਣ ਉਹ ਬੰਦਾ ਜਦੋਂ ਲਿਫਟ ਥੱਲੇ ਡਿੱਗ ਰਹੀ ਹੋਊਗੀ
तो बंदा इत्थों उड़ के कित्थे लग जूगा, ਉਹ ਛੱਤ ਦੇ ਨਾਲ ਉਹਦਾ ਸਿਰ ਲੱਗ ਜੂਗਾ, ਇੱਥੇ ਪਹੁੰਚ ਜੂਗਾ। ਗੱਲ ਸਮਝ ਆ ਰਹੀ, ਲਿਖ ਦਿਓ। therefore the apparent weight becomes negative, therefore the apparent weight, therefore ਲਿਖ ਲਓ ਇਹ ਗੱਲ, therefore the apparent weight becomes negative and the person oblique body, the person ਉਹਦੇ ਨਾਲ oblique ਪਾ ਦਿਓ body stick to the roof of the elevator, person oblique body stick ਜੁੜ ਜੂ, stick ਲੱਗ ਜੂਗਾ ਤਾਂ ਚਿਪ ਜੂਗਾ, ਠੀਕ ਆ। stick to the roof of the elevator, elevator ਦੀ ਰੂਫ ਦੇ ਨਾਲ ਜਾ ਕੇ ਚਿਪਕ ਜਾਊਗਾ, elevator ਦੀ ਰੂਫ ਦੇ ਨਾਲ ਜਾ ਕੇ ਚਿਪਕ ਜਾਊਗਾ, ਠੀਕ ਹੈ ਬੇਟਾ। ਤਾਂ ਇਹ ਸਾਡਾ ਬੇਟਾ ਲਿਫਟ ਦਾ ਕਨਸੈਪਟ ਸੀਗਾ। ਲਿਫਟ ਦਾ ਕਨਸੈਪਟ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਬਹੁਤ ਸਮਝ ਆਇਆ ਹੈ। ਇਹ 'ਚ ਦੋ ਚੀਜ਼ਾਂ ਬਹੁਤ ਇੰਪੋਰਟੈਂਟ ਆ, ਅਪਵਰਡ ਐਕਸਲੇਸ਼ਨ A ਨਾਲ ਜੇ ਜਾਓਗੇ ਤਾਂ weight ਵੱਧ ਜਾਊਗਾ, mg + ma ਹੋ ਜਾਊਗਾ। ਡਾਊਨਵਰਡ A ਐਕਸਲੇਸ਼ਨ ਨਾਲ ਜਾਓਗੇ ਤਾਂ mg - ma ਹੋ ਜਾਊਗਾ, ਯਾਨੀ ਕਿ ਅਪੈਰੈਂਟ weight ਘਟ ਜਾਊਗਾ। these are two most important things among all of these, ਇਹਨਾਂ ਸਾਰੀਆਂ ਚੋਂ ਇਹ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ, ਇਸ ਗੱਲ ਦਾ ਖਾਸ ਖਿਆਲ ਰੱਖਿਓ, ਠੀਕ ਹੈ। ਮੇਰੇ ਵੱਲੋਂ ਇਸ ਚੈਪਟਰ ਦੇ ਵਿੱਚ ਸਿਰਫ ਇੱਕ ਛੋਟਾ ਜਿਹਾ ਟੌਪਿਕ ਰਹਿ ਗਿਆ ਐਂਡ ਦੈਟ ਇਜ਼ ਕਨਕਰੰਟ ਫੋਰਸਿਸ। ਬਾਕੀ ਕੰਮ ਕੰਪਲੀਟ ਆ, ਲਿਫਟ ਵਾਲਾ ਕੰਮ ਕੰਪਲੀਟ ਆ, ਪੁਲੀ ਵਾਲਾ ਕੰਮ ਕੰਪਲੀਟ ਆ। ਕਨਕਰੰਟ ਫੋਰਸਿਸ ਤੁਹਾਨੂੰ ਕੱਲ ਕਰਵਾ ਕੇ ਕੁਝ ਨੂਮੈਰੀਕਲ ਪ੍ਰੋਬਲਮਸ ਕਰਵਾ ਕੇ ਇਸ ਚੈਪਟਰ ਨੂੰ ਫਿਨਿਸ਼ ਕਰ ਦੂੰਗਾ ਕੱਲ ਮੈਂ, ਠੀਕ ਆ ਬੇਟਾ। ਅਸਾਈਨਮੈਂਟ 2 ਭੇਜੀਆਂ ਸੀ ਤੁਹਾਨੂੰ, ਇੱਕ ਅਸਾਈਨਮੈਂਟ ਤੁਹਾਨੂੰ ਮੈਂ ਅੱਜ ਹੋਰ ਭੇਜ ਦੂੰਗਾ, ਠੀਕ ਹੈ, ਜਿਹਦੀ ਕਿ ਪੁਲੀ ਦੇ ਸਵਾਲਾਂ ਦੀ ਹੋਊਗੀ, ਪੁਲੀ ਤੇ ਲਿਫਟ ਵਾਲਿਆਂ ਦੀ। ਓਕੇ, ਤੇ 3 ਅਸਾਈਨਮੈਂਟ ਜਿਹੜੇ ਆਪਾਂ ਇੱਕ ਹੀ ਦਿਨ ਫਿਰ ਕਿਸੇ ਦਿਨ ਡਿਸਕਸ ਕਰ ਲਾਂਗੇ। ਸਵਾਲ ਅਸਾਈਨਮੈਂਟ ਦੇ ਕਰਨੇ ਆ, ਛੱਡਣੇ ਨਹੀਂ। ਅਸਾਈਨਮੈਂਟ ਦੇ ਕੁਐਸਚਨ ਕਰਨੇ ਆ, ਛੱਡਣੇ ਨਹੀਂ, ਠੀਕ ਹੈ ਬੇਟਾ। ਅੱਜ ਨਾ ਬਹੁਤ ਠੀਕ ਹੈ, ਚਲੋ ਖੁਸ਼ ਰਹੋ।